ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਕਰਮ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਨਮਹਿ ਨਮਹਿ ਪੁੰਨ ਪੁੰਨ ਨਮਹਿ ਸਤਿਗੁਰ ਬਚਨ ਅਨੂਪਾ ਜਿਨ ਕੇ ਸੁਨਤਿਓ ਤਜ ਕਸ਼ਟ ਜਾਣਹਿ ਸਹਿਜ ਸਰੂਪ ਨਮਹਿ ਨਮਹਿ ਪੁੰਨ ਪੁੰਨ ਨਮਹਿ ਸਤਿਗੁਰ ਬਚਨ ਅਨੂਪ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਭਨਾਂ ਦੇ ਰੱਖਿਅਕ ਦੀਨਾ ਬੰਧੂ ਦੀਨਾਨਾਥ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀ ਸਿੱਖ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਆਪ ਜੀ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਜੋ ਆਪਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਸਤਿਗੁਰੂ ਜੀ ਦਾ ਪਵਿੱਤਰ ਮਹਾਨ ਸੁੱਖ ਦੇਣ ਵਾਲਾ ਇਤਿਹਾਸ ਸਰਵਣ ਕਰ ਰਹੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਹੀ ਪਿਆਰ ਦੇ ਨਾਲ ਭਾਵਪੂਰਤ ਸ਼ਬਦਾਂ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਸਰਵਣ ਕਰਾਇਆ ਹੈ। ਆਪਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ, ਲੜੀਵਾਰ ਕਥਾ ਨੂੰ ਸਰਵਣ ਕਰਦੇ ਹਾਂ। ਲੜੀਵਾਰ ਕਥਾ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਸਾਧ ਸੰਗਤ ਜੀ ਜਿਹੜਾ ਇੱਕ ਵਾਰ ਇਸ ਗ੍ਰੰਥ ਦੀ ਸਾਰੀ ਲੜੀਵਾਰ ਕਥਾ ਸਰਵਣ ਕਰ ਲੈਂਦਾ ਹੈ, ਉਹਦੇ ਮਨ ਵਿੱਚ ਫਿਰ ਸਤਿਗੁਰੂ ਜੀ ਦਾ ਪਿਆਰ ਪੱਕੇ ਤੌਰ 'ਤੇ ਵਸ ਜਾਂਦਾ ਹੈ। ਉਹਦੇ ਮਨ ਵਿੱਚ ਪਿਆਰ ਪੈਦਾ ਹੁੰਦਾ, ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਿਹ ਨਿਕਟ ਨਾ ਆਵੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰ ਰਹੇ ਹਾਂ। ਆਓ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਅੱਜ ਸੰਸਾਰ ਵਿੱਚ ਬੜਾ ਦੁਖਦਾਈ ਸਮਾਂ ਮਹਾਮਾਰੀ ਫੈਲੀ ਹੋਈ ਹੈ, ਪਰ ਆਪਾਂ ਆਪਣਾ ਸਮਾਂ ਜਿਹੜਾ ਹੈ ਉਹ ਵੱਧ ਤੋਂ ਵੱਧ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਮ ਜਪ ਕੇ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹ ਕੇ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣ ਕੇ, ਕਥਾ ਵਿਚਾਰਾਂ ਸਰਵਣ ਕਰਕੇ ਸਫਲਾ ਕਰਨਾ ਹੈ। ਸਾਧ ਸੰਗਤ ਜੀ, ਪਿਛਲੇ ਦਿਨੀ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖੀ ਦੀ ਪਰਖ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚੋਂ ਬਾਹਰ ਜਾਂਦੇ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਗਏ ਹੈ, ਧੰਨ ਗੁਰੂ ਨਾਨਕ ਸਾਹਿਬ ਇੱਕ ਸਿੱਖ ਦੇ ਘਰ ਵਿੱਚ ਪਹੁੰਚੇ ਹੈ, ਜਿਨੇ ਹਰ ਇੱਕ ਨੂੰ ਇਹੋ ਸਵਾਲ ਪੁੱਛਿਆ ਸੀ ਆਉਣ ਵਾਲੇ ਸਾਧੂ ਮਹਾਤਮਾ ਨੂੰ ਕਿ ਮਹਾਰਾਜ ਮੈਨੂੰ ਇਹ ਦੱਸੋ ਕਿ ਸਿੱਖਾਂ ਸਾਧੂ ਦੀ ਸੰਗਤ ਦਾ ਕੀ ਲਾਭ ਹੈ। ਸੱਚੇ ਪਾਤਸ਼ਾਹ ਮਹਾਰਾਜ ਸਮਰੱਥ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਵਲ ਦੱਸਿਆ ਨਹੀਂ, ਮਹਾਰਾਜ ਨੇ ਵਿਖਾਇਆ ਵੀ ਹੈ। ਜਿਵੇਂ ਉਹ ਸਾਖੀ ਵਰਤੀ ਹੈ, ਇਤਿਹਾਸ ਹੋਇਆ, ਉਹ ਸਾਧ ਸੰਗਤ ਜੀ ਆਪ ਜੀ ਨੇ ਸਾਰਾ ਕੁਝ ਸਰਵਣ ਕੀਤਾ ਹੈ। ਕਿਸ ਤਰੀਕੇ ਨਾਲ ਇੱਕ ਗੁਰਮੁਖ ਮਹਾਂਪੁਰਖ ਦੇ ਜਿਹੜੇ ਦਰਸ਼ਨ ਨੇ ਉਹ ਮਨੁੱਖ ਦੇ ਜੀਵਨ ਵਿੱਚ ਕਿੰਨੀ ਵੱਡੀ ਤਬਦੀਲੀ ਲੈ ਕੇ ਆਉਂਦੇ ਆ। ਕਾਂ ਤੋਂ ਬਗਲੇ ਬਣੇ, ਬਗਲੇ ਤੋਂ ਹੰਸ ਬਣੇ, ਹੰਸ ਤੋਂ ਮਨੁੱਖ ਬਣੇ। ਇਹ ਇੱਕ ਤੱਤ ਭਾਵ ਵੀ ਹੈ। ਇਹਦੇ ਵਿਚਲਾ ਭਾਵ ਜਿਹੜਾ ਹੈ ਉਹ ਵੀ ਸਮਝਣਾ ਹੈ। ਸਾਖੀ ਦੇ ਵਿਚਲਾ ਭਾਵ ਵੀ ਪਹਿਲਾਂ ਬੰਦੇ ਦੀ ਬਿਰਤੀ ਕਾਂ ਵਰਗੀ ਹੁੰਦੀ ਹੈ, ਬਾਹਰੋਂ ਰੂਪ ਵੀ ਸਾਧ ਸੰਗਤ ਜੀ ਕਾਲਾ ਹੁੰਦਾ ਹੈ, ਬੋਲੀ ਵੀ ਕਾਂ ਕਾਂ ਵਰਗੀ ਰੁੱਖੀ ਹੁੰਦੀ ਹੈ। ਪਰ ਜਦੋਂ ਬੰਦਾ ਮਹਾਰਾਜ ਜੀ ਦੀ ਸੰਗਤ ਕਰਦਾ ਹੈ ਤੇ ਫਿਰ ਬਾਹਰ ਦੇ ਰੂਪ ਵਿੱਚ ਵੀ ਤਬਦੀਲੀ ਆਉਂਦੀ ਹੈ ਤੇ ਬੋਲੀ ਵੀ ਵਧੀਆ ਹੋ ਜਾਂਦੀ ਹੈ, ਬਗਲੇ ਵਰਗਾ ਹੋ ਜਾਂਦਾ ਹੈ। ਪਰ ਖੁਰਾਕ ਮਾੜੀ ਰਹਿੰਦੀ ਹੈ। ਹੋਰ ਸੰਗਤ ਕਰਦਾ ਰਹਿੰਦਾ, ਫਿਰ ਜੀਵਨ ਹੰਸ ਵਾਲਾ ਬਣ ਜਾਂਦਾ ਹੈ। ਬਾਹਰੋਂ ਵੀ ਜੀਵਨ ਵਧੀਆ ਹੋ ਜਾਂਦਾ, ਅੰਦਰੋਂ ਵੀ ਜੀਵਨ ਵਧੀਆ ਹੋ ਜਾਂਦਾ। ਫਿਰ ਸਾਧ ਸੰਗਤ ਜੀ ਮਨੁੱਖਤਾਈ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖਤਾ ਬੰਦੇ ਦੇ ਅੰਦਰ ਆ ਕੇ ਪ੍ਰਵੇਸ਼ ਕਰਦੀ ਹੈ ਤੇ ਫਿਰ ਅੱਗੋਂ ਮਹਾਰਾਜ ਹੋਰ ਕਿਰਪਾ ਕਰਦੇ ਆ। ਜਿਨ ਮਾਨਸ ਤੇ ਦੇਵਤੇ ਕੀਏ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਫਿਰ ਮਹਾਰਾਜ ਦੇਵਤਿਆਂ ਵਰਗਾ ਜੀਵਨ ਜਿਹੜਾ ਹੈ ਉਹ ਬਖਸ਼ ਦਿੰਦੇ ਆ। ਇਹ ਜੀਵਨ ਸਿਹਤ ਵਾਲਾ ਬਣ ਜਾਂਦਾ ਹੈ, ਜੀਵਨ ਸੁੱਖ ਵਾਲਾ ਬਣ ਜਾਂਦਾ ਹੈ। ਜਦੋਂ ਬੰਦਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪਦਾ ਹੈ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਭੁਲਾਇਣ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਫਿਰ ਤਸੱਲੀ ਕਰਾਈ ਹੈ। ਉਹ ਜਿਹੜੇ ਕਾਂ ਸਨ ਬਗਲੇ ਬਣੇ, ਬਗਲਿਆਂ ਤੋਂ ਹੰਸ ਤੇ ਹੰਸਾਂ ਤੋਂ ਮਨੁੱਖ ਤੇ ਇਸਤਰੀ ਬਣੇ, ਉਹ ਮਹਾਰਾਜ ਦੇ ਚਰਨਾਂ ਵਿੱਚ ਆਏ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵੀ ਕਸ਼ਟ ਕੱਟ ਦਿੱਤੇ ਜੀ। ਮਹਾਰਾਜ ਨੇ ਉਹਨਾਂ ਨੂੰ ਵੀ ਨਿਹਾਲ ਕੀਤਾ, ਸਿੱਖ ਨੂੰ ਵੀ ਨਿਹਾਲ ਕੀਤਾ। ਹੁਣ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆ ਕੇ ਵਸ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸਮਾਂ ਸਫਲਾ ਕਰਦੇ ਆ। ਇੱਥੋਂ ਹੁਣ ਲੜੀਵਾਰ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਸਾਰੀ ਸੰਗਤ ਪਿਆਰ ਦੇ ਨਾਲ ਸਰਵਣ ਕਰੋ ਜੀ। ਪਹਿਲਾਂ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਮః ਨਮঃ ਪੁਨ ਪੁਨ ਨਮঃ, ਸਤਿਗੁਰ ਬਚਨ ਅਨੂਪ। ਸਾਧ ਸੰਗਤ ਜੀ, ਕਥਾ ਦੀ ਆਰੰਭਤਾ ਤੋਂ ਪਹਿਲਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ, ਹੇ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਬਚਨਾਂ ਨੂੰ ਨਮਸਕਾਰ ਕਰਦਾ ਹਾਂ। ਮਹਾਰਾਜ ਆਪ ਜੀ ਦੇ ਜਿਹੜੇ ਬਚਨ ਨੇ ਅਨੂਪ ਨੇ, ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਆ ਜੀਓ। ਮਹਾਰਾਜ ਆਪ ਜੀ ਦੇ ਜਿਹੜੇ ਬਚਨ ਨੇ, ਸਤਿਗੁਰੂ ਦੇ ਬਚਨ ਕੀ ਨੇ? ਸਤਿਗੁਰੂ ਦੇ ਬਚਨ ਹੀ ਸਾਧ ਸੰਗਤ ਜੀ ਸਤਿਗੁਰੂ ਦਾ ਰੂਪ ਹਨ। ਸਤਿਗੁਰ ਬਚਨ
ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਬਚਨ ਕੀ ਹੈ? ਬਚਨ ਹੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਦੇ ਬਚਨਾਂ ਵਿੱਚ ਬੜੀ ਵੱਡੀ ਕਰਾਮਾਤ ਹੈ। ਸੋ ਮਹਾਰਾਜ ਆਪ ਜੀ ਦੇ ਅਨੂਪ ਬਚਨ, ਜਿਹੋ ਜਿਹੇ ਕਿਸੇ ਹੋਰ ਦੇ ਨਹੀਂ ਹਨ ਬਚਨ। ਮਹਾਰਾਜ ਉਹਨਾਂ ਨੂੰ ਮੇਰੀ ਨਮਸਕਾਰ ਹੈ। ਨਮਹਿ ਨਮਹਿ ਪੁਨ ਪੁਨ ਨਮਹਿ। ਮਹਾਰਾਜ ਮੈਂ ਬਾਰ-ਬਾਰ ਆਪ ਜੀ ਦੇ ਬਚਨਾਂ ਨੂੰ ਨਮਸਕਾਰ ਕਰਦਾ ਹਾਂ, ਬਾਰ-ਬਾਰ ਨਮਸਕਾਰ ਕਰਦਾ ਹਾਂ, ਬਾਰ-ਬਾਰ ਨਮਸਕਾਰ ਕਰਦਾ ਹਾਂ, ਬਾਰ-ਬਾਰ ਨਮਸਕਾਰ ਕਰਦਾ ਹਾਂ। ਜਿਨ ਕੇ ਸੁਨਤਿਓ ਤਜ ਕਸ਼ਟ ਜਾਣਹਿ ਸਹਿਜ ਸਰੂਪ। ਜਿਨ੍ਹਾਂ ਬਚਨਾਂ ਨੂੰ ਸੁਣਨ ਦੇ ਨਾਲ ਕਸ਼ਟ ਵੀ ਬੰਦੇ ਨੂੰ ਛੱਡ ਕੇ ਚਲੇ ਜਾਂਦੇ ਹਨ। ਕਸ਼ਟ ਛੱਡ ਕੇ ਚਲੇ ਜਾਂਦੇ ਆ, ਦੁੱਖ ਛੱਡ ਕੇ ਚਲੇ ਜਾਂਦੇ ਆ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਾਣੀ ਕੀ ਹੈ? ਬਾਣੀ ਸਤਿਗੁਰੂ ਜੀ ਦੇ ਬਚਨ ਹਨ। ਸੋ ਬਚਨ ਸੁਣਿਆ ਕਰੀਏ ਸਾਧ ਸੰਗਤ ਜੀ ਸਤਿਗੁਰਾਂ ਦੇ। ਸਤਿਗੁਰੂ ਜੀ ਦੇ ਬਚਨ ਸੁਣਿਆ ਕਸ਼ਟ ਛੱਡ ਜਾਂਦੇ ਆ ਤੇ ਬੰਦਾ ਆਪਣਾ ਸਹਿਜ ਸਰੂਪ ਜਿਹੜਾ ਉਹਦਾ ਗਿਆਤਾ ਹੋ ਜਾਂਦਾ ਹੈ, ਜਾਣਨ ਵਾਲਾ ਹੋ ਜਾਂਦਾ ਹੈ। ਸੁਨਹੁ ਰੇ ਤੂੰ ਕੌਣ, ਕਹਾਂ ਤੇ ਆਇਓ। ਜਦੋਂ ਬੰਦਾ ਸਿੱਖ ਮਹਾਰਾਜ ਜੀ ਦੇ ਐਸੇ ਬਚਨ ਸੁਣਦਾ, ਆਤਮਿਕ ਸੋਝੀ ਪ੍ਰਾਪਤ ਹੁੰਦੀ ਹੈ, ਸਹਿਜ ਸਰੂਪ ਦਾ ਗਿਆਤਾ ਬਣ ਜਾਂਦਾ ਮਹਾਰਾਜ ਦੇ ਬਚਨ ਸੁਣ ਕੇ। ਸ਼੍ਰੀ ਅੰਗਦ ਸੁਧ ਕਥਾ ਅਗਾਰੀ। ਅੱਗੋਂ ਫਿਰ ਭਾਈ ਬਾਲਾ ਜੀ ਮਹਾਰਾਜ ਜੀ ਦੀ ਕਥਾ ਸੁਣਾ ਰਹੇ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਹੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਸੁਣੋ। ਜੋ ਸਭ ਸ਼ੋਤਨ ਕੋ ਸੁਖਕਾਰੀ। ਜਿਹੜੀ ਕਥਾ ਸਾਰੇ ਸਰੋਤਿਆਂ ਨੂੰ ਸੁਖ ਦੇਣ ਵਾਲੀ ਹੈ, ਕਥਾ ਸੁਣਨ ਵਾਲਿਆਂ ਨੂੰ ਸੁਖ ਮਿਲਦਾ ਹੈ, ਐਸੀ ਕਥਾ ਹੈ। ਮਾਲਕ ਜਗਤ ਦੇ ਮਾਲਕ ਆਪ ਨਿਰੰਕਾਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆ ਗਏ। ਫਿਰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਹੋਰ ਪਾਸੇ ਗਏ। ਬਾਹਰ ਨਹੀਂ ਮਹਾਰਾਜ ਸਰੀਰ ਕਰਕੇ ਫਿਰ ਗਏ। ਮਹਾਰਾਜ ਦਾ ਨੇਮ ਕੀ ਹੈ? ਸ੍ਰੀ ਕਰਤਾਰਪੁਰ ਸਾਹਿਬ ਵਿੱਚ ਉਹ ਸੁਣੋ। ਔਰ ਇਹ ਨੇਮ ਹਰ ਇੱਕ ਸਿੱਖ ਦਾ ਹੋਣਾ ਚਾਹੀਦਾ ਹੈ ਕਿ ਸਦਾ ਹੀ ਸਵਾ ਪੈਰ ਰਾਤ ਰਹਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਸੁਚੇਤ ਹੁੰਦੇ ਆ। ਫਿਰ ਮਹਾਰਾਜ ਇੱਕ ਸਿੱਖ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਬਾਹਰ ਵਾਰ ਜਾਂਦੇ ਆ। ਤੇ ਸਾਧ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਉਸ ਸਮੇਂ ਜਿਹੜਾ ਦਰਿਆ ਵਗਦਾ ਉਹਦਾ ਨਾਮ ਹੈ ਰਾਵੀ ਦਰਿਆ। ਮਹਾਰਾਜ ਰਾਵੀ ਦੇ ਵਿੱਚ ਜਾ ਕੇ ਇਸ਼ਨਾਨ ਕਰਕੇ ਆਉਂਦੇ ਹਨ। ਫਿਰ ਇਸ਼ਨਾਨ ਕਰਕੇ ਮਹਾਰਾਜ ਰਾਵੀ ਦਰਿਆ ਦੇ ਕੰਢੇ ਬੈਠ ਜਾਂਦੇ ਆ। ਵਾਤਾਵਰਣ ਸ਼ੁੱਧ ਹੁੰਦਾ ਹੈ ਤੇ ਮਹਾਰਾਜ ਉੱਥੇ ਬੈਠ ਜਾਂਦੇ ਆ ਤੇ ਪਰਮੇਸ਼ਰ ਦੇ ਵਿੱਚ ਧਿਆਨ ਜੋੜ ਲੈਂਦੇ ਹਨ। 4 ਘੜੀਆਂ ਫਿਰ ਜਦੋਂ ਸਾਧ ਸੰਗਤ ਜੀ ਰਾਤ ਰਹਿ ਜਾਂਦੀ ਹੈ। ਵਾਹਿਗੁਰੂ 4 ਘੜੀਆਂ ਫਿਰ ਆ ਕੇ ਸੱਚੇ ਪਾਤਸ਼ਾਹ ਸੁਖ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਵਿੱਚ ਆ ਕੇ ਬੈਠ ਜਾਂਦੇ ਹਨ। ਜਿੱਥੇ ਸਦਾ ਹੀ ਵਾਹਿਗੁਰੂ ਦੇ ਉਸ ਸੱਚੇ ਨਾਮ ਦਾ ਕੀਰਤਨ ਹੁੰਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਿੱਥੇ ਕੀਰਤਨ ਹੁੰਦਾ ਗੁਰੂ ਕੇ ਪਿਆਰੇ ਸਿੱਖ ਫਿਰ ਕੀਰਤਨ ਸੁਣਦੇ ਆ ਕੇ। ਕੀਰਤਨ ਸੁਣ ਕੇ ਹਿਰਦੇ ਵਿੱਚ ਕੀ ਹੁੰਦਾ? ਹਿਰਦੇ ਵਿੱਚ ਫਿਰ ਪਿਆਰ ਪੈਦਾ ਹੁੰਦਾ ਹੈ। ਸੰਗਤ ਵਿੱਚ ਬੜੇ ਸਰੀਰ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਉੱਥੇ ਸੰਗਤ ਵਿੱਚ ਇੱਕ ਸਿੱਖ ਆਉਂਦਾ ਸਾਧ ਸੰਗਤ ਜੀ, ਜਿਹਦਾ ਨਾਮ ਹੈ ਭਾਈ ਸੈਦੋ ਘਿਓ ਜੀ। ਇਹ ਗੁਰੂ ਕੇ ਸਿੱਖ ਦਾ ਨਾਮ ਹੈ।
ਭਾਈ ਸੈਦੋ ਘਿਓ ਜੀ ਸੰਗਤ ਵਿੱਚ ਆਉਂਦੇ ਐ। ਜਿਹੜੇ ਸ਼ਰਧਾ ਜਿਨ ਕੇ ਉਰ ਮਾਹੀ, ਜਿਹਦੇ ਹਿਰਦੇ ਵਿੱਚ ਸ਼ਰਧਾ ਜਿਹੜੀ ਹੈ ਉਹ ਬੜੀ ਹੈ, ਬੜਾ ਪਿਆਰ ਹੈ ਮਹਾਰਾਜ ਜੀ ਦੇ ਨਾਲ। ਹਾਂਜੀ, ਵੇਖਦਰ ਤਰੰਤ ਗੁਰ ਗੋਸੋ ਭਰਮਾ, ਪਰ ਉਹਨੇ ਮਹਾਰਾਜ ਦਾ ਇਹ ਬ੍ਰਿਤੰਤ ਵੇਖਿਆ ਵੀ ਰੋਜ਼ ਜਾ ਕੇ ਮਹਾਰਾਜ ਅੰਮ੍ਰਿਤ ਵੇਲੇ ਰਾਵੀ ਵਿੱਚ ਇਸ਼ਨਾਨ ਕਰਦੇ ਆ। ਉਹਨੇ ਜਦੋਂ ਇਹ ਵੇਖੀ ਗੱਲ ਵੇਖੀ, ਉਹਦਾ ਮਨ ਭਰਮ ਵਿੱਚ ਪੈ ਗਿਆ। ਗੱਜ ਕੇ ਆਖੋ ਸਤਨਾਮ। ਉਹਦੇ ਵਿੱਚ ਭਰਮ ਕਿਹੜਾ ਪੈਦਾ ਹੋਇਆ, ਇਹ ਦੱਸਣ ਤੋਂ ਪਹਿਲਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਾਂ। ਸਾਰੇ ਹੱਥ ਜੋੜ ਕੇ ਸਤਿਗੁਰੂ ਅੱਗੇ ਅਰਦਾਸ ਕਰਿਓ, ਮਹਾਰਾਜ ਤੁਹਾਡੇ ਚੋਜ ਵੇਖ ਕੇ ਕਿਤੇ ਸਾਡੇ ਮਨ ਵਿੱਚ ਕੋਈ ਭਰਮ ਨਾ ਪੈਦਾ ਹੋ ਜੇ। ਇਹ ਮਨ ਸ਼ੰਕਿਆਂ ਦਾ ਗੜ੍ਹ ਹੈ, ਇੱਥੇ ਬੜੇ ਸ਼ੰਕੇ ਪੈਦਾ ਹੁੰਦੇ ਆ, ਪਰ ਕਦੀ ਗੁਰੂ ਤੇ ਸ਼ੰਕਾ ਨਾ ਪੈਦਾ ਹੋਵੇ। ਸੰਗਤ ਜੀ, ਮਣਾ ਮੂੰਹ ਦੁੱਧ ਹੋਵੇ, ਕਾਂਜੀ ਦੀ ਇੱਕ ਛਿੱਟ ਪੈ ਜੇ ਸਾਰਾ ਦੁੱਧ ਖਰਾਬ ਹੋ ਜਾਂਦਾ। ਸ਼ਰਧਾ ਬੜੀ ਹੋਵੇ, ਪਰ ਬੜੀ ਸ਼ਰਧਾ ਦੇ ਨਾਲ ਨਾਲ ਇੱਕ ਵੀ ਸ਼ੰਕਾ ਪੈਦਾ ਹੋ ਜਾਵੇ, ਸ਼ੰਕਾ ਸ਼ਰਧਾ ਨੂੰ ਖਰਾਬ ਕਰ ਦਿੰਦਾ। ਸ਼ਰਧਾ ਬਣਾਉਂਦਿਆਂ ਤੇ ਬੜਾ ਸਮਾਂ ਲੱਗਦਾ ਤੇ ਸਾਧ ਸੰਗਤ ਟੁੱਟਣ ਲੱਗਿਆਂ ਕਈ ਵਾਰੀ ਖੇਨੀ ਲੱਗ ਜਾਂਦਾ ਹੈ। ਇਸ ਕਰਕੇ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਸਦਾ ਤੁਹਾਡੇ ਤੇ ਸਾਡੀ ਸ਼ਰਧਾ ਹੀ ਬਣੀ ਰਵੇ। ਸੱਚੇ ਪਾਤਸ਼ਾਹ ਉਹ ਸਿੱਖ ਭਾਈ ਸੈਦੋ ਘਿਓ ਜੀ, ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਲੱਖ ਨਾ ਸਕਿਓ ਗੂੜ ਕੋ ਮਰਮਾ, ਅਸਲ ਵਿੱਚ ਉਹ ਮਹਾਰਾਜ ਦਾ ਗੁੱਝਾ ਭੇਦ ਨਹੀਂ ਜਾਣ ਸਕੇ। ਭਾਈ ਸੈਦੋ ਘਿਓ ਜੀ, ਉਹ ਮਹਾਰਾਜ ਗਰੀਬ ਨਵਾਜ ਜੀ ਦਾ ਬਾਹਰੀ ਕੌਤਕ ਵੇਖ ਕੇ ਭਰਮ ਵਿੱਚ ਪੈ ਗਏ। ਇਸ ਵਿਦ ਜਾਨੀ ਤਿਨ ਮਨ ਮਾਹੀ, ਪਤਾ ਕੀ ਭਰਮ ਪੈਦਾ ਹੋਇਆ ਸੈਦੋ ਘਿਓ ਜੀ ਦੇ ਮਨ ਵਿੱਚ? ਹਾਂਜੀ, ਨਿਸਮਹਿ ਸ਼੍ਰੀ ਗੁਰ ਸਰਿਤਾ ਜਾਹੀ, ਉਹ ਕਹਿਣ ਲੱਗਾ ਜਦੋਂ ਪਹਿਰ ਰਾਤ ਰਹਿੰਦੀ ਹੈ, ਰਾਤ ਨੂੰ ਮਹਾਰਾਜ ਦਰਿਆ ਕੋ ਜਾਂਦੇ ਆ। ਹਾਂਜੀ, ਕਹਾਂ ਬੈਠ ਜਲ ਪਤ ਕੋ ਸੇਵਹਿ, ਫਿਰ ਉਹਦੇ 'ਚ ਇਸ਼ਨਾਨ ਕਰਕੇ ਤੇ ਮਹਾਰਾਜ ਧਿਆਨ ਲਾ ਕੇ ਬੈਠਦੇ ਆ। ਤੇ ਉਹਦੇ ਮਨ 'ਚ ਭਰਮ ਪੈਦਾ ਹੋ ਗਿਆ ਵੀ ਮਹਾਰਾਜ ਵਰੁਣ ਦੇਵਤੇ ਦਾ ਸਿਮਰਨ ਕਰਦੇ ਆ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਹਾਰਾਜ ਜਲ ਦੇ ਦੇਵਤੇ ਦਾ ਸਿਮਰਨ ਕਰਦੇ ਆ। ਹਾਂਜੀ, ਮਨ ਬਾਸ਼ਤ ਜਚੈ ਜੋ ਲੇਵਹਿ, ਤੇ ਜਲ ਦੇ ਦੇਵਤੇ ਕੋਲੋਂ ਮਨ ਇੱਛੇ ਫਲ ਗੁਰੂ ਨਾਨਕ ਸਾਹਿਬ ਲੈਂਦੇ ਆ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੁਣ ਮਨ 'ਚ ਭਰਮ ਪੈਦਾ ਹੋ ਗਿਆ, ਕਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾਧਾਰ। ਹਾਂਜੀ, ਕਰੀ ਵਰਨ ਕੀ ਸੇਵਕ ਹਨੇਰੀ, ਉਹ ਸੋਚਦਾ ਹੈ ਵੀ ਮਹਾਰਾਜ ਵਰੁਣ ਦੇਵਤੇ ਦੀ ਸੇਵਾ ਕਰਦੇ ਆ, ਜਾਂ ਤੇ ਅਜ਼ਮਤ ਬਦੀ ਬਧੇਰੀ, ਤਾਂ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਵੱਡੀ ਤਾਕਤ ਆਈ ਹੈ। ਕਲਾ ਵਿਸ਼ਾਲ ਤਾਹੇ ਤੇ ਪਾਈ, ਇਹ ਜਿਹੜੀ ਵੱਡੀ ਕਰਾਮਾਤ ਹੈ ਨਾ ਮਹਾਰਾਜ ਵਿੱਚ, ਇੰਨੀ ਵੱਡੀ ਕਲਾ ਹੈ, ਇਹ ਤਾਂ ਵਰੁਣ ਦੇਵਤੇ ਕੋਲੋਂ ਪ੍ਰਾਪਤ ਹੋਈ ਹੈ। ਹੁਣ ਸ਼ੰਕਾ ਹੈ ਨਾ, ਗੁਰੂ ਸਾਹਿਬ ਜੀ ਨੂੰ ਛੋਟਾ ਜਾਣ ਲਿਆ, ਵਰੁਣ ਨੂੰ ਵੱਡਾ ਜਾਣ ਲਿਆ। ਹਾਂਜੀ, ਸਭ ਜਗ ਕੀ ਲੀਨੀ ਗੁਰਿਆਈ, ਇੰਨੀ ਵੱਡੀ ਕਰਾਮਾਤ, ਸਾਰੇ ਜਗਤ ਦੀ ਗੁਰਿਆਈ ਗੁਰੂ ਬਣੇ ਨੇ ਮਹਾਰਾਜ। ਇਹ ਵਰੁਣ ਦੇਵਤੇ ਕਰਕੇ ਗੱਲ ਬਣੀ ਹੈ ਸਾਰੀ। ਹਾਂਜੀ, ਮੈਂ ਅਬ ਸੇਵ ਕਰੋ ਬਹੁ ਭਾਂਤੀ, ਹਾਂਜੀ, ਬਹੁਤ। ਪ੍ਰਾਪਤ ਹੋਏ ਕਲਾ ਮੁਝ ਮਾਹੀ, ਮੈਂ ਅਬ ਸੇਵ ਕਰੋ ਬਹੁਤਾ ਹੀ, ਕਹਿਣ ਲੱਗਾ ਮੈਂ ਵੀ ਹੁਣ ਵਰੁਣ ਦੀ ਸੇਵਾ ਕਰਾਂਗਾ, ਪਾਣੀ ਦੇ ਦੇਵਤੇ ਦਾ ਹੀ ਸਿਮਰਨ ਕਰਾਂਗਾ ਤੇ ਮੈਨੂੰ ਵੀ ਕਰਾਮਾਤ ਮਿਲ ਜਾਏਗੀ। ਹਾਂਜੀ, ਇਸ ਪ੍ਰਕਾਰ ਉਰ ਮੈਂ ਠਹਿਰਾਈ, ਹਾਂਜੀ, ਬੀਤੀ ਨਿਸ ਜਗ ਪਹਿਰ ਅਢਾਈ, ਇਸ ਪ੍ਰਕਾਰ ਵੀ ਮੈਂ ਵੀ ਜਾਇਆ ਕਰਾਂਗਾ ਪਾਣੀ ਦੇ ਦੇਵਤੇ ਦੀ ਪੂਜਾ ਕਰਨ ਵਾਸਤੇ ਤੇ ਦਰਿਆ ਦੇ ਕੋਲ। ਇਹ ਵਿਚਾਰ ਕਰਕੇ ਉਹਨੇ ਰਾਤ ਜਿਵੇਂ ਕਿਵੇਂ ਬਤੀਤ ਕੀਤੀ ਤੇ ਜਦੋਂ 2.5 ਪਹਿਰ ਰਾਤ ਰਹਿ ਗਈ, ਭਾਵ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ 1.25 ਪਹਿਰ ਰਾਤ ਰਹਿੰਦਿਆਂ ਜਾਂਦੇ ਸਨ, ਉਹ 2.5 ਪਹਿਰ ਰਾਤ ਰਹਿੰਦਿਆਂ ਹੀ ਉੱਠ ਪਿਆ ਅਬ ਸੋ ਗਮਨਿਓ ਸਰਿਤਾ ਤੀਰਨ, ਤੇ ਸਾਧ ਸੰਗਤ ਦਰਿਆ ਦੇ ਵੱਲ ਤੁਰ ਪਿਆ। ਮਿਲਿਓ ਪੰਥ ਇੱਕ ਮਨੁੱਖ ਸਰੀਰਨ, ਤੇ ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਬਹੁਤ ਕੁਝ ਅਦ੍ਰਿਸ਼ਟ ਵਰਤਦਾ ਹੈ, ਜਿਹੜੀਆਂ ਇਹਨਾਂ ਅੱਖਾਂ ਨਾਲੋਂ ਵਿਖਦਾ ਨਹੀਂ, ਪਰ ਹੁੰਦਾ ਸਾਰਾ ਕੁਝ ਹੀ ਸੱਚ ਹੈ। ਕੀ ਹੋਇਆ?
ਰਸਤੇ ਵਿੱਚ ਉਹਨੂੰ ਮਨੁੱਖ ਮਿਲਿਆ ਜਿਹਦਾ ਬੜਾ ਸੁੰਦਰ ਸਰੂਪ ਹੈ। ਹਾਂਜੀ, ਇਸਕੇ ਹਾਥ ਵਿੱਚ ਹੈ ਇੱਕ ਵੀਣਾ, ਉਹਦੇ ਹੱਥ ਵਿੱਚ ਇੱਕ ਵੀਣਾ ਹੈ, ਉਸ ਮਨੁੱਖ ਦੇ ਹੱਥ ਵਿੱਚ। ਹਾਂਜੀ, ਦੇਖਤ ਸੈਦੋ ਬੂਝਣ ਕੀਨਾ। ਤੇ ਭਾਈ ਸੈਦੋ ਘਿਓ ਜੀ ਨੇ ਜਦੋਂ ਵੇਖਿਆ ਤੇ ਉਸ ਮਨੁੱਖ ਨੂੰ ਪੁੱਛਿਆ, ਕੌਣ ਆਹ ਤੂੰ ਕਿਤ ਕੋ ਜਾਹੀ। ਕਹਿੰਦੇ ਭਾਈ ਤੂੰ ਕੌਣ ਹੈ ਤੇ ਇੰਨੀ ਰਾਤ ਨੂੰ ਕਿੱਥੇ ਜਾ ਰਿਹਾ? ਹਾਂਜੀ, ਨਿਸਮਹਿ ਤਸਕਰ ਕੈ ਸਿੱਖ ਆਹੀ। ਤੂੰ ਕੋਈ ਸਿੱਖ ਹੈ ਜਾਂ ਕੋਈ ਚੋਰ ਡਾਕੂ ਹੈ? ਅੱਧੀ ਰਾਤ ਨੂੰ ਕਿੱਧਰ ਜਾ ਰਿਹਾ? ਹਾਂਜੀ, ਸੁਨ ਕੈ ਉਤਰ ਦੀਨੋ ਤਾਹੀ। ਸੁਣ ਕੇ ਉਸ ਮਨੁੱਖ ਨੇ ਉੱਤਰ ਦਿੱਤਾ, ਮੁਝ ਕੋ ਤਸਕਰ ਲਖੀਐ ਨਾਹੀ। ਕਹਿੰਦਾ ਨਾ ਸਿੱਖਾ, ਮੈਨੂੰ ਨਾ ਸਮਝ ਵੀ ਮੈਂ ਚੋਰ ਹਾਂ ਜਾਂ ਡਾਕੂ ਹਾਂ, ਮੈਂ ਚੋਰ ਡਾਕੂ ਨਹੀਂ ਹਾਂ। ਸਰਿਤਾ ਸਗਰੀ ਸਰਿਤਾ ਗੋਪਤ ਜਾਨੋ। ਸਾਰੇ ਦਰਿਆਵਾਂ ਦਾ ਮਾਲਕ ਹਾਂ ਮੈਂ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹਾਂਜੀ, ਨਾਮ ਵਰੁਣ ਮੇਰੋ ਪਹਿਚਾਨੋ। ਤੇ ਮੇਰਾ ਨਾਮ ਹੀ ਹੈ ਵਰੁਣ ਦੇਵਤਾ। ਮੈਂ ਵਰੁਣ ਦੇਵਤਾ ਹਾਂ। ਅਕਾਲ ਪੁਰਖ ਜੀ ਨੇ ਮੈਨੂੰ ਮਾਲਕੀ ਦਿੱਤੀ ਹੈ ਸਾਰੇ ਦਰਿਆਵਾਂ ਦੀ। ਹਾਂਜੀ, ਸ਼੍ਰੀ ਗੁਰ ਕੋ ਹਉ ਪੂਜਨ ਜਾਮੋ। ਤੇ ਮੈਂ ਇਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੂਜਾ ਕਰਨ ਜਾਂਦਾ ਹਾਂ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਮਹਾਰਾਜ ਜੀ ਦੇ ਚਰਨਾਂ ਦੀ ਪੂਜਾ ਕਰਨ ਜਾਂਦਾ ਹਾਂ। ਦਰਸ਼ਨ ਨਿਤਾ ਪ੍ਰਤ ਕਰ ਆਹੋ। ਮੈਂ ਹਰ ਰੋਜ਼ ਇਸ ਸਮੇਂ ਜਾਂਦਾ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਕੇ ਆਉਣਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਹਾਂਜੀ, ਸੁਨ ਕੈ ਸੈਦੋ ਗਿਰਾ ਉਚਾਰੀ। ਸੁਣ ਕੇ ਭਾਈ ਸੈਦੋ ਘਿਓ ਜੀ ਨੇ ਫਿਰ ਇਹ ਵਿਚਾਰ ਕੀਤੀ ਤੇ ਕਿਹਾ, ਮੈਂ ਤੋ ਉਰਕਸ਼ ਔਰ ਵਿਚਾਰੀ। ਓਹੋ, ਮੇਰੇ ਕੋਲੋਂ ਤੇ ਬੜੀ ਭੁੱਲ ਹੋ ਗਈ। ਮੈਂ ਤਾਂ ਦਿਲ ਵਿੱਚ ਕੁਝ ਹੋਰ ਹੀ ਵਿਚਾਰਿਆ ਸੀ। ਹਾਂਜੀ, ਸ਼੍ਰੀ ਗੁਰ ਸੇਵਾ ਕਰੈ ਤੁਮਹਾਰੀ। ਉਹ ਦੇਵਤਾ ਪੁੱਛਦਾ ਵੀ ਤੂੰ ਆਪਣੇ ਦਿਲ 'ਚ ਕੀ ਵਿਚਾਰਿਆ ਸੀ? ਤੇ ਸਾਧ ਸੰਗਤ ਜੀ ਉਹਨੇ ਦੱਸਿਆ, ਕਹਿਣ ਲੱਗਾ ਮੈਂ ਤੇ ਸੋਚਦਾ ਸਾਂ ਗੁਰੂ ਨਾਨਕ ਸਾਹਿਬ ਤੇਰੀ ਪੂਜਾ ਕਰਦੇ ਐ। ਹਾਂਜੀ, ਜਾਂ ਤੇ ਅਜ਼ਮਤ ਭੀ ਤਿਨ ਭਾਰੀ। ਕਿ ਤੁਹਾਡੀ ਪੂਜਾ ਕਰਕੇ ਤਾਂ ਇੰਨੀ ਵੱਡੀ ਕਰਾਮਾਤ ਉਹਨਾਂ ਵਿੱਚ ਆਈ ਹੈ। ਹਾਂਜੀ, ਸਿੱਧ ਤੁਮ ਤੇ ਸਭ ਪਾਈ। ਪਰ ਇੱਥੇ ਮੈਂ ਤਾਂ ਸੋਚਿਆ ਵੀ ਰਿੱਧੀਆਂ ਸਿੱਧੀਆਂ ਤੋਂ ਹੱਥੋਂ ਪ੍ਰਾਪਤ ਕੀਤੀਆਂ ਨੇ ਉਹਨਾਂ ਦੀਆਂ। ਹਾਂਜੀ, ਇਸ ਬਿਦ ਕੀ ਗਤ ਚਿਤ ਠਹਿਰਾਈ। ਮੇਰੀ ਇਹ ਹਾਲਤ ਸੀ, ਮੈਂ ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਸਾਂ। ਚਲਿਓ ਹੁਤੋ ਤਬ ਸੇਵਾ ਕਾਰਨ। ਇਸ ਕਰਕੇ ਮੈਂ ਸੋਚਿਆ ਕਿ ਮੈਂ ਵੀ ਜਾ ਕੇ ਤੁਹਾਡੀ ਸੇਵਾ ਕਰਿਆ ਕਰਾਂ, ਤੇ ਮੈਂ ਤੇ ਤੁਹਾਡੀ ਸੇਵਾ ਕਰਨ ਵਾਸਤੇ ਜਾ ਰਿਹਾ ਸਾਂ। ਮਿਲ ਕੈ ਤੁਮ ਸਭ ਕੀਨ ਉਚਾਰਨ। ਪਰ ਤੁਸੀਂ ਤੇ ਸਾਰਾ ਮੈਨੂੰ ਮਿਲ ਕੇ ਮੇਰਾ ਭਰਮ ਹੀ ਦੂਰ ਕਰ ਦਿੱਤਾ ਹੈ। ਵੇਖ ਲੋ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਛੱਡ ਕੇ ਦੇਵਤੇ ਕੋ ਜਾ ਰਿਹਾ ਸੀ, ਤੇ ਦੇਵਤਾ ਧੰਨ ਗੁਰੂ ਨਾਨਕ ਸਾਹਿਬ ਜੀ ਕੋ ਆ ਰਿਹਾ ਸੀਗਾ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਦੇਵਤਿਆਂ ਦੇ ਦੇਵਤੇ ਹਨ। ਗੁਰੂ ਨਾਨਕ ਸਾਹਿਬ ਮਾਲਕ ਹਨ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਅਬ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਕਹਿਣ ਲੱਗਾ ਤੂੰ ਮੇਰਾ ਬੜਾ ਭਲਾ ਕੀਤਾ, ਮੈਨੂੰ ਸਾਰਾ ਕੁਝ ਸੱਚ ਦੱਸ ਦਿੱਤਾ। ਭਾਈ ਤੂੰ ਤਾਂ ਉਹਨਾਂ ਦੀ ਪੂਜਾ ਕਰਨ ਜਾਣਾ ਹਾਂ ਹੈ। ਮੈਂ ਐਵੇਂ ਹੀ ਆਪਣੇ ਮਨ ਨੂੰ ਭਰਮਾਂ ਵਿੱਚ ਪਾ ਲਿਆ। ਅੱਜ ਵੀ ਕਈ ਸਾਧ ਸੰਗਤ ਜੀ ਸਤਿਗੁਰੂ ਦਾ ਵੱਡਾ ਦਰ ਛੱਡ ਕੇ ਆਮ ਮਾੜੀਆਂ ਮੋਟੀਆਂ ਥਾਵਾਂ ਤੇ ਤੁਰੇ ਫਿਰਦੇ ਐ। ਸਤਿਗੁਰੂ ਤੋਂ ਵੱਡਾ ਕੋਈ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਬਾਣੀ ਵਿੱਚ ਲਿਖ ਕੇ ਸਾਨੂੰ ਦੱਸਦੇ ਆ, ਸਤਿਗੁਰੂ ਤੋਂ ਵੱਡਾ ਕੁਝ ਨਹੀਂ। ਇਸ ਕਰਕੇ ਜੋ ਮਰਜ਼ੀ ਹੋ ਜੇ, ਕਦੀ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਨਹੀਂ ਛੱਡਣਾ, ਭਰਮ ਵਿੱਚ ਨਹੀਂ ਪੈਣਾ। ਗੁਰ ਕਹਿਆ ਸਾਕਾਰ ਕਮਾਵਹੁ,
ਗੁਰ ਕੀ ਕਰਨੀ ਕਾਹੇ ਧਾਵਹੁ। ਹਾਂਜੀ, ਸੁਣ ਕੇ ਵਰੁਣ ਭਲੀ ਪੁਨ ਬਾਣੀ। ਸੁਣ ਕੇ ਵਰੁਣ ਨੇ ਸਾਧ ਸੰਗਤ ਦੀ ਇਸ ਤਰ੍ਹਾਂ ਆਖਿਆ। ਸ਼੍ਰੀ ਨਾਨਕ ਲਖ ਘਨ ਗੁਣ ਖਾਨੀ। ਦੇਵਤਾ ਭਾਈ ਸੈਦੋ ਘਿਓ ਜੀ ਨੂੰ ਕਹਿਣ ਲੱਗਾ, ਨਾ ਭਾਈ, ਗੁਰੂ ਨਾਨਕ ਸਾਹਿਬ ਹੀ ਸਾਰੇ ਗੁਣਾਂ ਦੀ ਖਾਨ ਹਨ। ਗੁਰੂ ਨਾਨਕ ਸਾਹਿਬ ਆਪ ਮਾਲਕ ਹਨ। ਉਦਾਹਰਨ ਹਿਤ ਅਵਤਾਰਾ। ਭਾਈ ਉਹ ਤੇ ਆਪ ਪਰਮੇਸ਼ਰ ਨੇ ਮਨੁੱਖਾਂ ਦਾ ਭਲਾ ਕਰਨ ਵਾਸਤੇ, ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ। ਗੱਜ ਕੇ ਆਖੋ ਸਤਨਾਮ। ਅਜੇ ਤੱਕ ਸਾਡੇ ਪ੍ਰਚਾਰਕ ਇਹੋ ਹੀ ਨਹੀਂ ਦੱਸ ਸਕੇ ਵੀ ਗੁਰੂ ਨਾਨਕ ਸਾਹਿਬ ਧਰਤੀ ਤੇ ਕੀ ਕਰਨ ਆਏ ਹੈ। ਉਲਟਾ ਸਟੇਜਾਂ ਤੇ ਇਹ ਕਹਿ ਦਿੰਦੇ ਆ ਜੀ ਆਮ ਮਨੁੱਖ ਹੀ ਨੇ। ਕਿੱਥੋਂ ਮਨੁੱਖ ਨੇ? ਦੇਵਤੇ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਆਪ ਪਰਮੇਸ਼ਰ ਧਰਤੀ ਤੇ ਆਏ ਹੈ। ਹਾਂਜੀ, ਧਰਿਓ ਦੇਹ ਨਿਜ ਸ਼੍ਰੀ ਕਰਤਾਰਾ। ਸ਼੍ਰੀ ਕਰਤਾਰ ਨੇ ਆਪ ਆਪਣੀ ਦੇਹ ਧਾਰਨ ਕੀਤੀ ਹੈ। ਪਿੱਛੇ ਜੇ ਵੀ ਕਥਾ ਹੋਈ ਸੀਗੀ, ਇੱਕ ਬਚਨ ਆਇਆ ਸੀਗਾ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਆ, 6ਵੇਂ ਪਾਤਸ਼ਾਹ ਕਹਿੰਦੇ, ਬਾਬਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਰਹੇ ਹੋ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਓ। ਤੇ ਬਾਬਾ ਬੁੱਢਾ ਜੀ ਦਾ ਪਹਿਲਾ ਬੋਲ ਅੱਜ ਦੇ ਗਿਆਨੀਆਂ ਪ੍ਰਚਾਰਕਾਂ ਨੂੰ ਸਾਧ ਸੰਗਤ ਦੀ ਮਾਤ ਦਿੰਦਾ ਹੈ। ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਸਾਹਿਬ ਆਪ ਸੁਤੇ ਸਿੱਧ ਪ੍ਰਮਾਤਮਾ ਸਨ। ਕਿਸੇ ਦੇ ਉਹ ਅਨੁਯਾਈ ਨਹੀਂ, ਉਹ ਆਪ ਹੀ ਪ੍ਰਮਾਤਮਾ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸੋ ਦੇਵਤਾ ਵੀ ਇਹੋ ਗੱਲ ਕਹਿ ਰਿਹਾ, ਕਹਿੰਦਾ ਕਰਤਾ ਪੁਰਖ ਜੀ ਨੇ ਆਪ ਸਰੀਰ ਧਾਰਨ ਕੀਤਾ ਹੈ। ਸ਼ਰਧਾ ਧਰ ਭਰਮੋ ਨਾਹੀ। ਤੇ ਦੇਵਤਾ ਭਾਈ ਸੈਦੋ ਘਿਓ ਜੀ ਨੂੰ ਕਹਿ ਰਿਹਾ, ਉਹ ਸਿੱਖਾ ਸ਼ਰਧਾ ਧਾਰਨ ਕਰ, ਭਰਮ ਵਿੱਚ ਨਾ ਪੈ। ਚਰਨ ਕਮਲ ਸੇਵੋ ਤੁਮ ਤਾਹੀ। ਮੇਰੀ ਸੇਵਾ ਨਾ ਕਰ, ਮੇਰੀ ਸੇਵਾ ਕਰਕੇ ਨਹੀਂਓ ਤੈਨੂੰ ਕੁਝ ਮਿਲਣਾ। ਜੋ ਮਿਲਣਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਮਿਲਣਾ। ਉਹਨਾਂ ਦੇ ਚਰਨਾਂ ਦੀ ਸੇਵਾ ਕਰ। ਸੁਣ ਕਰ ਸੈਦੋ ਘਿਓ ਦੇਹ ਕਾਲਾ। ਹਾਂਜੀ, ਆਇਓ ਜਹ ਬੈਠਿਓ ਪ੍ਰਭ ਦਿਆਲਾ। ਤੇ ਇਹ ਸੁਣ ਕੇ ਸੈਦੋ ਘਿਓ ਸਾਧ ਸੰਗਤ ਜੀ ਤੁਰੰਤ ਉੱਠੇ ਚੱਲ ਕੇ ਆਇਆ ਜਿੱਥੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਆ। ਇਹ ਸਾਰਾ ਅੰਮ੍ਰਿਤ ਵੇਲਾ ਵਾਹਿਗੁਰੂ ਸਵਾ ਪੈਰ ਤੋਂ ਪਹਿਲਾਂ ਦਾ ਬਚਨ ਹੈ। ਹਾਂਜੀ, ਅਬੰਦਨ ਕਰ ਬੈਠ ਸੰਪਾ। ਆਇਆ ਭਾਈ ਸੈਦੋ ਘਿਓ ਜੀ ਆਏ, ਧੰਨ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਵੀ ਸੈਦੋ ਘਿਓ ਆਇਆ, ਔਰ ਸੱਚੇ ਪਾਤਸ਼ਾਹ ਜੀ ਨੂੰ ਪਤਾ ਤੇ ਸਾਰੀ ਗੱਲ ਦਾ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਵੇਖ ਕੇ ਨਾ ਭਾਈ ਸੈਦੋ ਘਿਓ ਜੀ ਨੂੰ ਤੇ ਕਹਿਣ ਲੱਗੇ, ਮਹਾਰਾਜ ਕਹਿੰਦੇ ਭਾਈ ਸੈਦੋ ਘਿਓ ਅੱਜ ਰਾਤ ਨੂੰ ਹੀ ਆ ਗਿਆ। ਹਾਂਜੀ, ਭਾਈ ਤੂੰ ਤਾਂ ਸਵੇਰੇ ਆਉਣਾ, ਜਦੋਂ ਦਿਨ ਚੜ੍ਹਦਾ, ਦਿਨ ਚੜ੍ਹੇ ਸੰਗਤ ਵਿੱਚ ਆਉਣਾ ਹੈ। ਤੇ ਸਾਧ ਸੰਗਤ ਭਾਈ ਸੈਦੋ ਘਿਓ ਬੈਰਾਗੀ ਹੋ ਗਿਆ। ਪ੍ਰਭ ਜੀ ਤੁਮਰੋ ਭੇਦ ਨਾ ਜਾਣਾ। ਬੈਰਾਗੀ ਹੋ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੇਰੀ ਭੁੱਲ ਦੀ ਮਾਫੀ ਦੇ ਦਿਓ, ਮੈਂ ਤੁਹਾਡਾ ਭੇਦ ਨਹੀਂ ਜਾਣ ਸਕਿਆ। ਹਾਂਜੀ, ਮੈਂ ਮੂਰਖ ਸਾਂ, ਮੈਂ ਭਰਮ ਵਿੱਚ ਪੈ ਗਿਆ। ਪਰ ਮਹਾਰਾਜ ਮੈਂ ਹੁਣ ਤੁਹਾਡਾ ਪ੍ਰਤਾਪ ਮੈਨੂੰ ਸਮਝ ਆ ਗਈ ਹੈ। ਮਹਾਰਾਜ ਅੰਤਰਜਾਮੀ ਪੁੱਛਦੇ, ਸੈਦੋ ਘਿਓ ਹੋਇਆ ਕੀ ਹੈ? ਤੇ ਭਾਈ ਸੈਦੋ ਘਿਓ ਦੱਸਦਾ, ਕਹਿੰਦਾ ਮਹਾਰਾਜ ਤੁਸੀਂ ਅੰਮ੍ਰਿਤ ਵੇਲੇ ਰਾਵੀ 'ਚ ਇਸ਼ਨਾਨ ਕਰਦੇ ਸੀ ਨਾ, ਜਾ ਕੇ ਕਰਦੇ ਹੋ। ਮੈਂ ਸੋਚਿਆ ਮਹਾਰਾਜ ਵਰੁਣ ਦੇਵਤੇ ਨੂੰ ਮਨਾਉਣ ਜਾਂਦੇ, ਉਹਦੀ ਪੂਜਾ ਕਰਦੇ ਐ। ਅੱਜ ਮੈਂ ਵੀ ਜਾ ਰਿਹਾ ਸਾਂ ਉਹਦੀ ਪੂਜਾ ਕਰਨ। ਰਸਤੇ ਵਿੱਚ ਵਰੁਣ ਦੇਵਤਾ ਮਿਲ ਗਿਆ, ਉਹਨੇ ਦੱਸਿਆ ਵੀ ਤੁਹਾਡੇ ਚਰਨਾਂ ਵਿੱਚ ਹੀ ਆ ਰਿਹਾ ਸੀ ਮਹਾਰਾਜ। ਮਹਾਰਾਜ ਮੈਨੂੰ ਦੇਵਤੇ ਨੇ ਸੋਝੀ ਪਾਈ ਹੈ, ਆਪ ਖੁਦ ਪਰਮੇਸ਼ਰ ਧਰਤੀ ਤੇ ਆਏ ਹੋ। ਭਾਈ ਭਗੀਰਥ ਜੀ
ਗੁਰੂ ਨਾਨਕ ਸਾਹਿਬ ਜੀ ਦੇ ਬਾਹਰੋਂ ਆਏ ਪਹਿਲੇ ਸਿੱਖ, ਕਾਲੀ ਮਾਤਾ ਦੇ ਬੜੇ ਵੱਡੇ ਉਪਾਸ਼ਕ ਦੇਵੀ ਦੇ ਰਾਤ ਦੇਵੀ ਦੀ ਮੂਰਤੀ ਲਾਗੇ ਸੁੱਤੇ ਐ। ਸੁਪਨਾ ਆਇਆ, ਸੁਪਨੇ 'ਚ ਦੇਵੀ ਜੀ ਨੇ ਦਰਸ਼ਨ ਦਿੱਤੇ ਐ, ਭਗੀਰਥ ਤੂੰ ਸਾਡੀ ਬੜੀ ਸੇਵਾ ਕਰਦਾ ਹੈ, ਮੰਗ ਕੀ ਮੰਗਣਾ ਹੈ? ਭਗੀਰਥ ਕਹਿਣ ਲੱਗਾ, ਭਾਈ ਭਗੀਰਥ ਜੀ, ਕਹਿੰਦੇ ਮੈਨੂੰ ਮੁਕਤੀ ਦੇ ਦਿਓ। ਦੇਵੀ ਨੇ ਆਖਿਆ, ਭਗੀਰਥ ਤੈਨੂੰ ਮੁਕਤੀ ਮੈਂ ਨਹੀਂ ਦੇ ਸਕਦੀ। ਜੇ ਤੂੰ ਮੁਕਤੀ ਲੈਣੀ ਹੈ, ਇਸ ਸਮੇਂ ਆਪ ਕਲਯੁਗ ਦੇ ਵਿੱਚ ਪਰਮੇਸ਼ਰ ਜੀ ਸਰੀਰ ਧਾਰਨ ਕਰਕੇ ਆਏ ਆ, ਉਹਨਾਂ ਦਾ ਨਾਮ ਹੈ ਗੁਰੂ ਨਾਨਕ ਦੇਵ ਸਾਹਿਬ ਜੀ, ਉਹਨਾਂ ਦੇ ਚਰਨਾਂ ਵਿੱਚ ਚਲੇ ਜਾ। ਸਾਧ ਸੰਗਤ, ਦੇਵੀ ਦੇਵਤੇ ਵੀ ਆਪਣੇ ਚੇਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਭੇਜਦੇ ਰਹੇ ਆ, ਜਾਓ ਤੁਹਾਡਾ ਭਲਾ ਤਾਂ ਹੀ ਹੋਣਾ ਹੈ। ਸੋ ਕਹਿਣ ਲੱਗਾ, ਮਹਾਰਾਜ ਮੈਂ ਭਰਮ ਵਿੱਚ ਪੈ ਗਿਆ ਸਾਂ, ਹੁਣ ਮੈਂ ਮਹਾਰਾਜ ਤੁਹਾਡਾ ਪ੍ਰਤਾਪ ਜਿਹੜਾ ਉਹ ਜਾਣ ਗਿਆ ਹਾਂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸੈਦੋ ਘਿਓ ਜੀ ਦੇ ਮੁਖੋਂ ਸਾਰੀ ਗੱਲ ਸੁਣੀ। ਆਪ ਫਿਰ ਆਪਣੇ ਮੁਖ ਤੋਂ ਮਹਾਰਾਜ ਨੇ ਸ਼ਬਦ ਉਚਾਰਿਆ, ਪਵਿੱਤਰ ਬਾਣੀ ਨੂੰ ਉਚਾਰਿਆ। ਜਦੋਂ ਫਿਰ ਉਹਨੇ ਮਹਾਰਾਜ ਜੀ ਦੇ ਮੁਖੋਂ ਬਾਣੀ ਸੁਣੀ, ਸਤਿਗੁਰੂ ਜੀ ਦੇ ਮੁਖੋਂ ਬਾਣੀ ਸੁਣ ਕੇ ਉਹਦੇ ਮਨ ਵਿੱਚ ਹੋਰ ਸ਼ਰਧਾ ਵੱਧ ਗਈ। ਬਸ ਫਿਰ ਨਹੀਂ ਭਾਈ ਸੈਦੋ ਘਿਓ ਨੇ ਮੇਰੇ ਗੁਰੂ ਨਾਨਕ ਸਾਹਿਬ ਦਾ ਦਰ ਛੱਡਿਆ ਜੀ, ਫਿਰ ਸੇਵਾ ਵਿੱਚ ਹੀ ਲੱਗ ਗਿਆ ਜੀ। ਸਾਰਾ ਜੀਵਨ ਹੀ ਭਾਈ ਸੈਦੋ ਘਿਓ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਸੇਵਾ ਵਿੱਚ ਲਾ ਦਿੱਤਾ ਜੀ। ਹਾਂਜੀ, ਜੋ ਮਹਾਰਾਜ ਬਾਣੀ ਉਚਾਰਦੇ ਭਾਈ ਸੈਦੋ ਘਿਓ ਜੀ ਉਹ ਸ਼ਬਦ ਲਿਖ ਲੈਂਦੇ ਜੀ। ਪਹਿਲਾਂ ਗੁਟਕੇ ਸਾਹਿਬ ਨਹੀਂ ਸੀ ਹੁੰਦੇ, ਹੁਣ ਤਾਂ ਬੜੀ ਬਾਣੀ ਲਿਖੀ ਮਿਲ ਜਾਂਦੀ ਹੈ, ਤਾਂ ਵੀ ਨਹੀਂ ਅਸੀਂ ਪੜ੍ਹਦੇ। ਪਹਿਲਾਂ ਸਿੱਖਾਂ ਨੂੰ ਆਪ ਬਾਣੀ ਲਿਖਣੀ ਪੈਂਦੀ ਸੀ, ਫਿਰ ਉਹਦਾ ਪਾਠ ਕਰਦੇ ਹੁੰਦੇ ਸੀਗੇ। ਸੋ ਗੁਰ ਕੇ ਸ਼ਬਦ ਲਿਖੇ ਵਿਚਾਰੇ, ਲਿਖਦੇ ਆ ਸ਼ਬਦਾਂ ਦੀ ਵਿਚਾਰ ਕਰਦੇ ਆ। ਫਿਰ ਪਿਆਰ ਨਾਲ ਮਹਾਰਾਜ ਜੀ ਦੇ ਮੁਖੋਂ ਸੁਣਦੇ ਆ, ਫਿਰ ਉਸ ਬਾਣੀ ਨੂੰ ਪਿਆਰ ਦੇ ਨਾਲ ਉਚਾਰਦੇ ਵੀ ਹੈ। ਗੱਜ ਕੇ ਆਖੋ ਸਤਨਾਮ। ਉਸ ਬਾਣੀ ਨੂੰ ਉਚਾਰਦੇ ਆ। ਸੱਚੇ ਪਾਤਸ਼ਾਹ ਜਿਹੜੀ ਬਾਣੀ ਪੜ੍ਹਦੇ ਆ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹਾਂਜੀ, ਸਦਾ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਧਰਮਸ਼ਾਲਾ ਵਿੱਚ ਬੈਠਦੇ ਆ। ਜਿਵੇਂ ਭਾਈ ਸੈਦੋ ਘਿਓ ਜੀ ਦਾ ਭਲਾ ਹੋਇਆ, ਇੰਜ ਪਤਾ ਨਹੀਂ ਕਿੰਨਿਆਂ ਕੁ ਦਾ ਉੱਥੇ ਭਲਾ ਹੁੰਦਾ ਹੈ। ਬੜੇ ਆਨੰਦ ਦੇ ਨਾਲ ਕੀਰਤਨ ਹੁੰਦਾ ਹੈ। ਸਤਿਗੁਰੂ ਕਦੀ ਕਦੀ ਆਪ ਵੀ ਕੀਰਤਨ ਕਰਦੇ ਆ, ਸਿੱਖ ਵੀ ਕੀਰਤਨ ਕਰਦੇ ਆ। ਹਾਂਜੀ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਮਹਾਰਾਜ ਦਾ ਜਸ ਸੁਣਦੀਆਂ। ਭਾਈ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਤੇ ਫਿਰ ਮਨੁੱਖ ਦਿਲ ਵਿੱਚ ਵੱਡਾ ਪਿਆਰ ਧਾਰਨ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮੇਰੇ ਸਤਿਗੁਰੂ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਆਉਂਦੇ ਆ, ਜਿਹੜੀ ਕਾਮਨਾ ਲੈ ਕੇ ਆਉਂਦੇ ਆ ਨਾ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਉਹ ਕਾਮਨਾ ਪੂਰੀ ਕਰ ਦਿੰਦੇ ਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹਾਂਜੀ, ਤੇ ਜਿਹੜੇ ਸਾਧ ਸੰਗਤ ਦੀ ਨਿਸ਼ਕਾਮ ਭਾਵਨਾ ਨਾਲ ਸਤਿਗੁਰੂ ਦੇ ਚਰਨਾਂ 'ਚ ਆਉਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਦਿੰਦੇ ਆ। ਇਹਦੇ ਤੋਂ ਵੱਡੀ ਦਾਤ ਨਹੀਂ ਹੈ ਕੋਈ। ਹਾਂਜੀ, ਇਸ ਤਰੀਕੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਨੇ। ਬੜੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਲੰਗਰ ਵੀ ਬੜਾ ਵੱਡਾ ਲੱਗਦਾ ਹੈ, ਬੜਾ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ, ਬੜਾ ਵੱਡਾ ਲੰਗਰ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧਰਮਸ਼ਾਲਾ ਦੇ ਵਿੱਚ ਬੈਠੇ ਹੈ। ਇੱਕ ਮਨੁੱਖ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਜੀ। ਉਹਨੇ ਮੱਥਾ ਟੇਕ ਕੇ
ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਬੇਨਤੀ ਕੀਤੀ ਉਹਨੇ, ਸਿੱਖੀ ਕਿਧੋਂ ਫਕੀਰੀ ਕਰੋ। ਮਹਾਰਾਜ ਮੈਂ ਸਿੱਖ ਬਣਾ ਜਾਂ ਫਕੀਰ ਬਣਾ? ਹਾਂਜੀ। ਧਰਮ ਗ੍ਰਹਿਸਤ ਕੋ ਕਹਿ ਪੁਰ ਧਰੋ। ਜਾਂ ਫਿਰ ਗ੍ਰਸਤੀ ਬਣਾ, ਦੁਨੀਆਦਾਰ ਬਣਾ, ਗ੍ਰਸਤੀ ਬਣਾ। ਕੀ ਬਣਾ? ਤਿੰਨ ਚੀਜ਼ਾਂ ਪੁੱਛੀਆਂ। ਕਿਹੜੀਆਂ? ਮਹਾਰਾਜ ਮੈਂ ਸਿੱਖ ਬਣਾ, ਸਤਿਗੁਰੂ, ਜਾਂ ਮੈਂ ਫਕੀਰ ਬਣਾ, ਤੇ ਜਾਂ ਫਿਰ ਮਹਾਰਾਜ ਮੈਂ ਗ੍ਰਸਤੀ ਧਰਮ ਧਾਰਨ ਕਰਾਂ, ਗ੍ਰਸਤ ਬਣਾ, ਗ੍ਰਸਤੀ ਬਣਾ। ਕੀ ਬਣਾ? ਜਿਉ ਰਾਵਰ ਕੀ ਹੋਏ ਰਸਾਏ। ਮਹਾਰਾਜ ਜਿਵੇਂ ਤੁਹਾਡੀ ਆਗਿਆ ਹੈ, ਸੱਚੇ ਪਾਤਸ਼ਾਹ ਉਵੇਂ ਦੱਸੋ। ਤਿਉ ਕਰਹੁ ਸ਼ੁਭ ਦੇਹੁ ਬਤਾਏ। ਮਹਾਰਾਜ ਮੈਂ ਉਵੇਂ ਹੀ ਕਰ ਦਿਆਂਗਾ ਸੱਚੇ ਪਾਤਸ਼ਾਹ। ਜੇ ਤੁਸੀਂ ਕਹੋ ਸਿੱਖ ਬਣ ਜਾ, ਮੈਂ ਸਿੱਖ ਬਣ ਜਾਗਾ। ਜੇ ਕਹੋ ਫਕੀਰ ਬਣ ਜਾ, ਮੈਂ ਫਕੀਰ ਬਣ ਜਾਗਾ। ਗ੍ਰਸਤੀ ਕਹੋ, ਗ੍ਰਸਤੀ ਹੋ ਜਾਵਾਂਗਾ। ਸੁਨਿਓ ਆਪ ਸੋ ਜਸ ਮੈਂ ਭਾਰੀ। ਕਿਉਂ ਆਇਆ ਮਹਾਰਾਜ ਮੈਂ ਤੁਹਾਡੇ ਕੋਲ? ਕਿਉਂਕਿ ਮੈਂ ਤੁਹਾਡੀ ਤਾਰੀਫ ਬੜੀ ਸੁਣੀ ਹੈ ਮਹਾਰਾਜ। ਮੈਂ ਆਪ ਜੀ ਦਾ ਜਸ ਬੜਾ ਸੁਣਿਆ, ਚਲ ਆਇਓ ਹਿਤ ਬੂਝਣਕਾਰੀ। ਇਸ ਕਰਕੇ ਇਹ ਪੁੱਛਣ ਵਾਸਤੇ ਮੈਂ ਤੁਹਾਡੇ ਕੋਲ ਆਇਆ। ਹੁਣ ਕੋਈ ਹੋਰ ਹੁੰਦਾ, ਮੇਰੇ ਵਰਗਾ ਹੁੰਦਾ, ਮੈਂ ਕਹਿਣਾ ਸੀ ਮੇਰਾ ਚੇਲਾ ਬਣ ਜਾ ਛੇਤੀ ਛੇਤੀ। ਬਾਕੀ ਫਕੀਰਾਂ ਦੀ ਵੀ ਨਿੰਦਾ ਕਰ ਦੇਣੀ ਸੀ, ਹੋਰਨਾਂ ਦੀ ਵੀ। ਪਰ ਗੁਰੂ ਨਾਨਕ ਸਾਹਿਬ ਪੂਰੇ ਗੁਰੂ ਨੇ ਸ਼ੰਕੇ ਨਿਵਰਤ ਕਰਨੇ ਹੁੰਦੇ। ਮਾਏ ਮੁੰਡੋ ਤਿਹ ਗੁਰੂ ਕੀ, ਜਾਤੇ ਭਰਮ ਨਾ ਜਾਏ। ਜਿਸ ਗੁਰੂ ਤੋਂ ਭਰਮ ਨਹੀਂ ਦੂਰ ਹੁੰਦਾ, ਉਹਦਾ ਲਾਭ ਹੀ ਕੀ ਹੈ? ਮਹਾਰਾਜ ਗਰੀਬ ਨਵਾਜ ਜੀ ਨੇ ਹੁਣ ਇਹਦੀ ਤਸੱਲੀ ਕਰਾਉਣੀ ਹੈ ਸੱਚੇ ਪਾਤਸ਼ਾਹ ਨੇ। ਹਾਂਜੀ। ਦੋਹਰਾ ਬੋਲੇ ਕਿਰਪਾ ਨਿਧਾਨ ਤਬ ਪ੍ਰਥਮ ਕਰੋ ਅਸ ਕਾਜ। ਮਹਾਰਾਜ ਕਹਿੰਦੇ ਜਾ ਭਾਈ, ਪਹਿਲਾਂ ਇਹ ਕੰਮ ਕਰ ਸਾਡਾ ਇੱਕ। ਹਾਂਜੀ। ਹਮਰੀ ਲੈ ਅਰਦਾਸ ਤੁਮ ਗਮਨਹੁ ਤੂਰਨ ਆਜ। ਆ ਸਾਡਾ ਹੁਕਮਨਾਮਾ ਲੈ ਜਾ, ਤੇ ਅੱਜ ਹੀ ਇੱਕ ਸਿੱਖ ਤੈਨੂੰ ਪਤਾ ਦੱਸ ਦਿੰਨੇ ਆ, ਉਸ ਸਿੱਖ ਦੇ ਘਰ ਚਲੇ ਜਾ। ਜਾਓ ਭਾਈ ਬਸੈ ਸਿੱਖ ਅਮਕੇ ਜੋ ਗ੍ਰਾਮੂ। ਕਿਉਂਕਿ ਜੇ ਸਿੱਖ ਬਣਾਉਣਾ ਤੇ ਸਿੱਖ ਵਿਖਾਉਣਾ ਪਏਗਾ ਕਿਹੋ ਜਿਹਾ ਸਿੱਖ ਹੁੰਦਾ ਹੈ। ਫਕੀਰ ਬਣਾਉਣਾ, ਫਕੀਰ ਵਿਖਾਉਣਾ ਪਏਗਾ ਕਿਹੋ ਜਿਹਾ ਹੁੰਦਾ ਹੈ। ਗ੍ਰਸਤੀ ਵਿਖਾਉਣਾ, ਗ੍ਰਸਤੀ ਵਿਖਾਉਣਾ ਪਏਗਾ ਕਿਹੋ ਜਿਹਾ ਹੁੰਦਾ। ਮਹਾਰਾਜ ਕਹਿੰਦੇ ਫਲਾਣੇ ਪਿੰਡ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ। ਹਾਂਜੀ। ਬੂਝ ਨਾਮ ਜਾਵਲ ਤਿਹ ਭਾਗੂ। ਉਸ ਪਿੰਡ ਵਿੱਚ ਜਾਣਾ, ਸਾਡੇ ਸਿੱਖ ਦਾ ਨਾਮ ਪੁੱਛਣਾ ਹੈ, ਫਿਰ ਉਹਦੇ ਤੂੰ ਘਰ ਚਲੇ ਜਾਣਾ। ਹਾਂਜੀ। ਦੋ ਸਹਿ ਪ੍ਰਥਮ ਰੁਪਈਏ ਲੇਕਰ। ਉਹਨੂੰ ਹੁਕਮਨਾਮਾ ਦੇਣਾ ਹੈ ਤੇ 200 ਰੁਪਈਆ ਤੂੰ ਉਹਦੇ ਕੋਲੋਂ ਲੈਣਾ ਹੈ। ਹਾਂਜੀ। ਪਾਛੇ ਭੋਜਨ ਅਚਿਓ ਤਿਹ ਘਰ। ਫਿਰ ਉਹਦੇ ਘਰੋਂ ਪ੍ਰਸ਼ਾਦਾ ਛਕਣਾ ਹੈ। ਜਿੰਨਾ ਚਿਰ ਤੱਕ 200 ਰੁਪਈਆ ਨਹੀਂ ਦੇਵੇਗਾ, ਉਹਨਾਂ ਚਿਰ ਤੱਕ ਤੂੰ ਪ੍ਰਸ਼ਾਦਾ ਨਹੀਂ ਛਕਣਾ ਉਹਦੇ ਘਰੋਂ। ਹਾਂਜੀ। ਬਾਹਰੋਂ ਜਬ ਤੂੰ ਹਟ ਕਰ ਆਵਹਿ। ਫਿਰ ਤੂੰ ਜਦੋਂ ਹਟ ਕੇ ਵਾਪਸ ਆਵੇਂਗਾ, ਇਹ ਉੱਤਰ ਹਮ ਤਬ ਹੈ ਬਤਾਵੈ। ਫਿਰ ਤੈਨੂੰ ਦੱਸਾਂਗੇ ਵੀ ਤੂੰ ਸਿੱਖ ਬਣ, ਫਕੀਰ ਬਣ ਜਾਂ ਗ੍ਰਸਤੀ ਬਣ। ਹਾਂਜੀ। ਹੁਕਮਨਾਮਾ ਲੈ ਕਰ ਵੋ ਆਸੂ। ਹਾਂਜੀ। ਸ਼ੀਕਰ ਕਰਿਓ ਤਾਹੇ ਸਿੱਖ ਪਾਸੂ। ਹੁਣ ਉਹ ਮਨੁੱਖ ਹੁਕਮਨਾਮਾ ਲੈ ਕੇ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ, ਤੇ ਛੇਤੀ ਦੇ ਨਾਲ ਉਸ ਪਿੰਡ ਵਿੱਚ ਗਿਆ, ਸਿੱਖ ਦਾ ਘਰ ਪੁੱਛਿਆ ਤੇ ਉਸ ਸਿੱਖ ਦੇ ਕੋਲ ਪਹੁੰਚਿਆ। ਅਤਿਸ਼ੈ ਘਰ ਤੇ ਨਿਰਧਨ ਸੋਈ। ਜਾ ਕੇ ਸਿੱਖ, ਉਹ ਮਨੁੱਖ ਕੀ ਵੇਖਦਾ? ਸਿੱਖ ਤੇ ਬੜਾ ਗਰੀਬ ਹੈ। ਸੰਗਤ ਜੀ, ਉਹ ਸਿੱਖ ਵਾਕਈ ਬੜਾ ਗਰੀਬ ਸੀ। ਕਬ ਕਬ ਭੋਜਨ ਪ੍ਰਾਪਤ ਹੋਈ। ਇੰਨੀ ਗਰੀਬੀ ਸੀ, ਪ੍ਰਸ਼ਾਦਾ ਕਦੀ ਕਦੀ ਮਿਲਦਾ ਸੀ ਛਕਣ ਨੂੰ। ਇੰਨੀ ਜ਼ਿਆਦਾ ਗਰੀਬੀ ਸੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿੰਨੀ ਜ਼ਿਆਦਾ ਗਰੀਬੀ ਹੋਏਗੀ, ਜਿਹਨੂੰ ਛਕਣ ਨੂੰ ਪ੍ਰਸ਼ਾਦਾ ਵੀ ਕਦੀ ਕਦੀ ਮਿਲਦਾ ਹੈ। ਹਾਂਜੀ। ਏਕ ਸਿੱਖ ਤੀਏ ਦੁਤੀਏ ਭਲੇਰੀ। ਇੱਕ ਸਾਧ ਸੰਗਤ ਜੀ, ਉਹ ਸਿੱਖ ਆਪ ਹੈ, ਇੱਕ ਉਹਦੀ ਘਰ ਵਾਲੀ ਭਲੀ ਹੈ, ਇਸਤਰੀ ਹੈ, ਭਲੀ ਇਸਤਰੀ ਹੈ। ਹਾਂਜੀ। ਜੀ ਤਨੁਜਾ ਹੈ ਤਿਨ ਤੇਰੀ। ਤੇ ਤੀਜੀ ਉਹਦੀ ਇੱਕ ਲੜਕੀ ਹੈ, ਇੱਕ ਲੜਕੀ ਹੈ। ਤਿੰਨ ਹੀ ਜੀ ਨੇ ਉਹ। ਹਾਂਜੀ। ਹੁਕਮ ਸੋ ਨਾਮਾ ਦਿਓ ਗੁਰ ਜਬਹੀ। ਉਸ ਮਨੁੱਖ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਹੁਕਮਨਾਮਾ ਉਸ ਸਿੱਖ ਨੂੰ ਦਿੱਤਾ। ਅਧਿਕ ਪ੍ਰੇਮ ਕਰ ਬੰਦਹ ਤਬ ਹੀ। ਸਿੱਖ ਨੇ ਬੜੇ ਪਿਆਰ ਨਾਲ ਮੱਥੇ ਤੇ ਸਤਿਗੁਰੂ ਦਾ ਹੁਕਮਨਾਮਾ ਲਾਇਆ, ਬੜਾ ਪਿਆਰ ਕੀਤਾ ਉਸ ਹੁਕਮਨਾਮੇ ਨੂੰ। ਹਾਂਜੀ। ਸਾਦਰ ਸੋ ਤਿਹ ਮੰਚ ਬਸਾਏ।
ਤੇ ਪਲੰਘਾ ਸੀਗਾ ਉਹਨੂੰ ਡਾਇਆ ਬੜੇ ਪਿਆਰ ਨਾਲ। ਹਾਂਜੀ। ਚਰਨ ਪਖਾਰੇ ਕਰ ਬਹੁ ਭਾਏ। ਤੇ ਪਿਆਰਿਓ ਆਪਣੇ ਹੱਥਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉਹ ਆਇਆ ਨਾ ਮਨੁੱਖ ਗੁਰੂ ਦਾ ਹੁਕਮਨਾਮਾ ਲੈ ਕੇ, ਸਿੱਖ ਨੇ ਆਪਣੇ ਹੱਥਾਂ ਨਾਲ ਉਹਦੇ ਚਰਨ ਧੋਤੇ ਜੀ। ਇਹ ਇੱਕ ਸੇਵਾ ਹੁੰਦੀ ਸੀ। ਮੈਂ ਇੱਥੇ ਬੇਨਤੀ ਕਰਦੇ ਹਾਂ ਕਿਉਂਕਿ ਉਹ ਸਿੱਖ ਦੇ ਘਰ ਪਹੁੰਚਿਆ, ਆਏ ਸਿੱਖਾਂ ਦੇ ਹੱਥ ਸੁੱਚੇ ਕਰਾਉਣੇ ਸੇਵਾ ਹੈ, ਤੇ ਹੋਰ ਪਿਆਰ ਹੋਵੇ ਤੇ ਇਸ ਸਿੱਖ ਵਾਂਗੂ ਚਰਨ ਸੁੱਚੇ ਕਰਾਉਣੇ, ਚਰਨ ਸੁੱਚੇ ਕਰਨੇ, ਸਿੱਖ ਦੇ ਪੈਰਾਂ ਤੇ ਪਾਣੀ ਪਾ ਕੇ ਪੈਰ ਧੋਣੇ, ਕਿਉਂਕਿ ਉਸ ਸਮੇਂ ਮਿੱਟੀ ਘੱਟੇ ਦੇ ਰਾਹ ਹੁੰਦੇ ਸਨ। ਇਹ ਸੇਵਾ ਬੜੀ ਜ਼ਰੂਰੀ ਸੀ। ਹੁਣ ਅਸੀਂ ਕਿਤੇ ਗਏ, ਇੱਕ ਪੜ੍ਹਿਆ ਲਿਖਿਆ ਬੰਦਾ ਸੀਗਾ ਉੱਥੇ। ਉਹ ਬੰਦਾ ਕੀ ਹੈ, ਜਦੋਂ ਪੰਗਤ 'ਚ ਬੈਠੇ ਤੇ ਸਾਰਿਆਂ ਦੇ ਹੱਥ ਸੁੱਚੇ ਕਰਾਉਣ ਲੱਗੇ ਨਾ, ਕਹਿਣ ਲੱਗਾ ਨਹੀਂ ਨਹੀਂ ਅਸੀਂ ਨਹੀਂ ਹੱਥ ਸੁੱਚੇ ਕਰਦੇ ਹੁੰਦੇ, ਅਸੀਂ ਨਹੀਂ ਹੱਥ ਸੁੱਚੇ ਕਰਦੇ ਹੁੰਦੇ। ਬੜਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਔਰ ਇੰਜ ਜਾਪਦਾ ਵੀ ਜਿਵੇਂ ਸਾਰੀ ਸਿੱਖੀ ਦਾ ਭਾਰ ਉਹਨੇ ਸਾਂਭਿਆ। ਕਹਿੰਦਾ ਅਸੀਂ ਨਹੀਂ ਇਹ ਕੰਮ ਕਰਦੇ ਹੁੰਦੇ ਜੀ। ਪਿਆਰਿਓ ਸਿੱਖ ਨੇ ਸਿੱਖ ਦੀ ਇਸ ਤਰੀਕੇ ਨਾਲ ਸੇਵਾ ਕਰਕੇ ਖੁਸ਼ੀ ਸਤਿਗੁਰੂ ਦੀ ਲੈਣੀ ਹੁੰਦੀ ਹੈ। ਪਿਆਰ ਨਾਲ ਹੱਥ ਸੁੱਚੇ ਕਰਾਉਣੇ ਹੁੰਦੇ ਹੈ, ਹੱਥਾਂ ਨੂੰ ਭੰਜਾਉਣਾ ਹੁੰਦਾ ਹੈ, ਤੌਲੀਆ ਦੇਣਾ ਹੁੰਦਾ ਹੈ। ਇਹ ਸੇਵਾਵਾਂ ਨੇ ਸਾਰੀਆਂ। ਹੁਣ ਵੀ ਤੇ ਹੱਥ ਬਾਰ-ਬਾਰ ਧੋਂਦੇ ਹੀ ਆ, ਬਿਮਾਰੀ ਤੋਂ ਡਰਦੇ ਆ ਸਾਰੇ। ਸੋ ਉਸ ਸਿੱਖ ਨੇ ਬੜੇ ਪਿਆਰ ਨਾਲ ਉਸ ਸਿੱਖ ਦੇ ਚਰਨ ਧੋਤੇ। ਫਿਰ ਕਿਹਾ, ਕਹਿਣ ਲੱਗਾ ਜੀ ਪ੍ਰਸ਼ਾਦਾ ਛਕ ਲਓ। ਹਾਂਜੀ, ਤੁਸੀਂ ਬੜੇ ਦੂਰ ਤੋਂ ਆਏ ਹੋ, ਪ੍ਰਸ਼ਾਦਾ ਛਕ ਕੇ ਆਰਾਮ ਕਰ ਲਿਓ ਘੜੀ। ਹਾਂਜੀ। ਤਾਂ ਉਹ ਮਨੁੱਖ ਗੁਰੂ ਕੇ ਸਿੱਖ ਨੂੰ ਇੰਜ ਕਹਿਣ ਲੱਗਾ, ਕਹਿਣ ਲੱਗਾ ਭਾਈ ਮੈਨੂੰ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ, ਮੈਂ ਪ੍ਰਸ਼ਾਦਾ ਨਹੀਂ ਛਕ ਸਕਦਾ। ਪਹਿਲਾਂ ਜਿੰਨਾ ਚਿਰ ਤੱਕ ਮੈਂ ਤੇਰੇ ਕੋਲੋਂ ਸਾਰਾ ਧਨ ਭਾਵ 200 ਰੁਪਈਆ ਨਹੀਂ ਲੈ ਲੈਂਦਾ। ਹਾਂਜੀ, ਫਿਰ ਮੈਂ ਤੇਰੇ ਕੋਲੋਂ ਭੋਜਨ ਛਕਾਂਗਾ। ਹੁਣ 200 ਰੁਪਈਆ ਉਸ ਜ਼ਮਾਨੇ ਵਿੱਚ ਬੜੀ ਵੱਡੀ ਰਕਮ ਹੈ। ਹਾਂਜੀ, ਸਿੱਖ ਨੇ 200 ਰੁਪਈਆ ਮੁਖੋਂ ਸੁਣਿਆ ਤੇ 200 ਰੁਪਈਆ ਸੁਣਦਿਆਂ ਸਾਰ ਚੁੱਪ ਹੀ ਹੋ ਗਿਆ, ਬਸ ਫਿਰ ਬੋਲਿਆ ਨਹੀਂ ਗਿਆ। ਹਾਂਜੀ, ਚਿੰਤਾ ਮਨ ਵਿੱਚ ਵੱਧ ਗਈ, ਚਿੰਤਾ ਦੀ ਨਦੀ ਹਿਰਦੇ ਵਿੱਚ ਬਹਿ ਤੁਰੀ। ਮਨ ਵਿੱਚ ਵੀ ਇਹ ਕਿਵੇਂ ਦੇਵਾਂਗੇ 200 ਰੁਪਈਆ। ਹਾਂਜੀ, ਕਿੱਥੋਂ ਲਿਆ ਕੇ ਪੈਸੇ ਦਿਆਂ, ਇਹ ਕੰਮ ਕਿਵੇਂ ਪੂਰਾ ਨਿਭੇਗਾ। ਹਾਂਜੀ, ਸਿੱਖਿਆ ਗੁਰੂ ਦਾ ਹੁਕਮ ਹੈ 200 ਰੁਪਈਆ ਦੇਣਾ, ਕਿਵੇਂ ਦਿਆਂਗਾ, ਕਿਵੇਂ ਸਿੱਖੀ ਪਰਨ ਰਵੇਗਾ। ਘਰ ਵਿੱਚ ਇਹੋ ਜਿਹਾ ਸਮਾਨ ਵੀ ਕੋਈ ਮਹਿੰਗਾ ਨਹੀਂ ਹੈਗਾ। ਹਾਂਜੀ, ਜਿਹਨੂੰ ਮੈਂ ਬਾਜ਼ਾਰ ਵਿੱਚ ਵੇਚਾਂ ਤੇ 200 ਰੁਪਈਆ ਮਿਲੇ, ਇੰਨਾ ਮਹਿੰਗਾ ਸਮਾਨ ਤੇ ਘਰ ਵਿੱਚ ਕੋਈ ਵੀ ਨਹੀਂ ਹੈ। ਹਾਂਜੀ, ਤੇ ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਉਸ ਸਿੱਖ ਨੂੰ ਬੜੀ ਵਾਰੀ ਇੱਕ ਸ਼ਾਹੂਕਾਰ ਨੇ ਕਿਹਾ ਸੀ, ਸਿੱਖਾ ਆਪਣੀ ਕੁੜੀ ਦਾ ਵਿਆਹ ਮੇਰੇ ਨਾਲ ਕਰਾ ਦੇ, 500 ਰੁਪਈਆ ਲੈ ਲਾ ਮੇਰੇ ਕੋਲੋਂ। ਉਦੋਂ ਇਹੋ ਜਿਹਾ ਸਮਾਂ ਸੀਗਾ। ਉਹਨੂੰ ਉਸ ਗੱਲ ਦੀ ਚੇਤਾ ਆਇਆ। ਸਿੱਖ ਅੱਗੋਂ ਉਸ ਸ਼ਾਹੂਕਾਰ ਨੂੰ ਇੰਜ ਕਹਿੰਦਾ ਹੁੰਦਾ ਸੀ। ਹਾਂਜੀ, ਨਾ ਭਾਈ ਧੀਆਂ ਦਾ ਪੈਸਾ, ਧੀ ਨੂੰ ਵੇਚ ਕੇ ਪੈਸਾ ਨਹੀਂ ਖਾਈਦਾ, ਇਹ ਪਾਪ ਦੇ ਪੈਸੇ ਆ, ਮੈਂ ਨਹੀਂ ਲੈ ਸਕਦਾ। ਹਾਂਜੀ, ਤੇ ਕਵਿਰਾਜ ਲਿਖਦੇ, ਦਵੈ ਕਟਕਾ ਬੀਤੀ ਜਬ ਐਸੇ। ਜਦੋਂ ਘਰ ਵਿੱਚ ਬੈਠਿਆਂ ਸੋਚਦਿਆਂ 2 ਘੜੀਆਂ ਲੰਘ ਗਈਆਂ, ਉਹਦੀ ਪਤਨੀ ਸਿੱਖ ਦੀ ਫਿਰ ਇੰਜ ਕਹਿਣ ਲੱਗੇ, ਉਹ ਕਹਿੰਦੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਬੈਠੇ ਹੋ ਸੋਚਾਂ ਸੋਚਣ ਦੇ ਹੋ, ਚਿੰਤਾ ਕਰ ਰਹੇ ਹੋ। ਜੋ ਸਾਡੇ ਕੋਲ ਹੈ
ਉਹ ਮਹਾਰਾਜ ਦਾ ਹੀ ਦਿੱਤਾ ਹੋਇਆ ਹੈ ਨਾ। ਪਿਆਰ ਵਾਲੇ ਰਾਹ ਕੱਢ ਲੈਂਦੇ, ਜਹਾਂ ਚਾਹ ਵਹਾਂ ਰਾਹ। ਜਿੱਥੇ ਚਾਹ ਹੁੰਦੀ ਹੈ ਰਾਹ ਵੀ ਉੱਥੋਂ ਹੀ ਨਿਕਲਦੇ ਆ। ਹਾਂਜੀ। नेहो सुता को द्वय आप सौ लबही। ਤੇ ਤੁਸੀਂ ਇਸ ਤਰ੍ਹਾਂ ਕਰੋ, ਆਪਣੀ ਆਪਾਂ ਬੱਚੀ ਨੂੰ ਵੇਚ ਦਿੰਨੇ ਆ ਸ਼ਾਹੂਕਾਰ ਨੂੰ ਤੇ 200 ਰੁਪਈਆ ਲੈ ਲੈਨੇ ਆ। सतगुर हेत देहो सो तबही। ਤੇ ਅਸੀਂ ਕਿਹੜੀ ਮਾਇਆ ਘਰ ਵਿੱਚ ਵਰਤਣੀ? ਗੁਰੂ ਸਾਹਿਬ ਦੇ ਹੇਤ ਗੁਰੂ ਸਾਹਿਬ ਨੂੰ ਮਾਇਆ ਦੇਣੀ ਹੈ ਨਾ। ਹਾਂਜੀ। जे निज हित लेवै अग होए। ਸਾਨੂੰ ਤੇ ਤਾਂ ਪਾਪ ਲੱਗੇ ਜੇ ਧੀ ਵੇਚ ਕੇ ਮਾਇਆ ਆਪ ਖਾਈਏ, ਫਿਰ ਪਾਪ ਲੱਗੇਗਾ। ਹਾਂਜੀ। पर उपकार दोष नह कोए। ਪਰ ਜੇ ਪਰ ਉਪਕਾਰ ਵਿੱਚ ਇਹ ਕੰਮ ਹੋ ਵੀ ਜਾਂਦਾ ਹੈ ਤੇ ਸਾਨੂੰ ਕੋਈ ਦੋਸ਼ ਨਹੀਂ ਲੱਗਦਾ। ਵੇਖੋ ਸਿੱਖਣੀ ਦੀ ਭਾਵਨਾ। ਹਾਂਜੀ। तूरण कीजै उठ कर काजा। ਤੁਰੰਤ ਉੱਠ ਕੇ ਇਹ ਕੰਮ ਕਰੋ। रखो सिखी को प्रण आजा। ਕੀ ਕੰਮ ਕਰੋ? ਆਪਣੀ ਧੀ ਨੂੰ ਸ਼ਾਹੂਕਾਰ ਨੂੰ ਵੇਚ ਆਓ। ਗੱਜ ਕੇ ਆਖੋ ਸਤਨਾਮ। ਗੁਰੂ ਸਾਹਿਬ ਦਾ ਹੁਕਮ ਹੈ 200 ਰੁਪਈਆ ਮਹਾਰਾਜ ਕੋ ਪਹੁੰਚਾਉਣਾ ਹੀ ਪਹੁੰਚਾਉਣਾ। ਵੇਖ ਲਓ ਅੱਜ ਦੇ ਸਿੱਖ ਵਿੱਚ ਤੇ ਗੁਰੂ ਦੇ ਪੁਰਾਤਨ ਸਿੱਖਾਂ ਵਿੱਚ ਕਿੰਨਾ ਫਰਕ ਹੈ। ਐਸੇ ਪੁਰਾਤਨ ਸਿੱਖਾਂ ਦੇ ਤੇ ਨਾਮ ਹੀ ਲੈ ਲਈਏ ਬੜਾ ਭਲਾ ਹੋ ਜਾਂਦਾ। ਸਾਧ ਸੰਗਤ ਜੀ, ਇਹ ਪੁਰਾਤਨ ਸਿੱਖਾਂ ਵਰਗੀ ਸਿੱਖੀ ਅੱਜ ਲੱਭਣੀ ਬੜੀ ਔਖੀ ਹੈ। ਕਿਹੜਾ ਇਹ ਕੰਮ ਕਰਨ ਨੂੰ ਤਿਆਰ ਹੈ ਜੀ? ਹਾਂਜੀ। ਸੁਨ ਸਲਾਹ ਐਸੀ ਨਿਜ ਤੀਏ ਕੀ। ਪਰ ਇਹਦਾ ਭਾਵ ਇਹ ਵੀ ਨਹੀਂ ਹੈ ਵੀ ਦਾਸ ਤੁਹਾਨੂੰ ਇਹ ਕਹਿ ਰਿਹਾ ਵੀ ਬੱਚੀਆਂ ਵੇਚੋ। ਭਾਵ ਸਿੱਖੀ ਨਿਭਾਉਣ ਵਾਸਤੇ ਕਿਸੇ ਹੱਦ ਤੱਕ ਚਲੇ ਜਾਣਾ। ਜਦੋਂ ਉਸ ਸਿੱਖ ਨੇ ਆਪਣੀ ਘਰਵਾਲੀ ਦੀ ਇਹ ਸਲਾਹ ਸੁਣੀ, ਮਾਨੀ ਮਨ ਕਰ ਭਾਵਤ ਨੀਕੀ। ਉਹਨੇ ਕਿਹਾ ਮੇਰੀ ਘਰਵਾਲੀ ਗੱਲ ਤੇ ਠੀਕ ਕਹਿੰਦੀ ਹੈ, ਅਸੀਂ ਕਿਹੜਾ ਘਰ ਪੈਸੇ ਵਰਤਣੇ ਆ, ਗੁਰੂ ਸਾਹਿਬ ਦੇ ਚਰਨਾਂ 'ਚ ਹੀ ਭੇਜਣੇ ਆ। ਹਾਂਜੀ। ਦੋਹਰਾ ਗਮਨਿਓ ਢਿੱਡ ਤਬ ਸ਼ਾਹ ਕੇ ਬੈਠਿਓ ਬਚਨ ਅਲਾਏ। ਫਿਰ ਸ਼ਾਹੂਕਾਰ ਸਾਧ ਸੰਗਤ ਜੀ, ਉਹ ਸ਼ਾਹੂਕਾਰ ਦੇ ਕੋਲ ਗਿਆ ਸਿੱਖ ਤੇ ਜਾ ਕੇ ਇਸ ਤਰ੍ਹਾਂ ਕਹਿਣ ਲੱਗਾ, ਗੁਰੂ ਕਾ ਸਿੱਖ ਸਹਸ 28 ਦਰਬ ਤੈ ਸੁਤਾ ਬਿਹਾਰ ਲੈ ਜਾਏ। ਸਹਿਸ 28 ਦਰਬ ਤੇ ਸੁਤਾ ਵਿਆਹ ਲੈ ਜਾਏ। ਕਹਿੰਦਾ ਭਾਈ 250 ਰੁਪਈਆ ਦੇ ਦੇ ਤੇ ਮੇਰੀ ਲੜਕੀ ਨੂੰ ਵਿਆਹ ਕੇ ਲੈ ਜਾ। ਹਾਂਜੀ। ਚੌਪਈ ਕਹੈ ਸ਼ਾਹ ਤੁਮ ਲਿਹੋ ਬਧੇਰੇ। ਸ਼ਾਹੂਕਾਰ ਕਹਿੰਦਾ ਨਹੀਂ, ਮੈਂ ਤੇ 500 ਆਖਿਆ ਸੀ, ਤੂੰ ਵੱਧ ਪੈਸੇ ਲੈ ਮੇਰੇ ਕੋਲੋਂ। ਹਾਂਜੀ। ਨਰਕ ਵਿਸਾਲ ਸਦਨ ਮਹਿ ਮੇਰੇ। ਮੇਰੇ ਘਰ 'ਚ ਕਿਹੜੀ ਮਾਇਆ ਦੀ ਕਮੀ ਹੈ? ਸ਼ਾਹੂਕਾਰ ਕਹਿੰਦਾ ਤੂੰ ਹੋਰ ਮਾਇਆ ਲੈ ਜਾ ਭਾਰਤ ਏਕ ਬਾਰ ਨਿਜ ਖੋਈ। ਤੇ ਇੰਨੇ ਪੈਸੇ ਦਿਆਂਗਾ ਤੇਰੀ ਗਰੀਬੀ ਦੂਰ ਕਰਕੇ ਰੱਖ ਦਿਆਂਗਾ। ਹਾਂਜੀ। ਸੁਖ ਪਾਵੋ ਕਰ ਸ਼ੰਕ ਨਾ ਕੋਈ। ਸੁਖ ਪਾਏਗਾ, ਸ਼ੰਕਾ ਨਾ ਕਰ। ਤੇ ਮੇਰੇ ਵਰਗਾ ਹੋਵੇ ਭਰਮ 'ਚ ਪੈ ਜੇ ਵੀ ਸ਼ਾਇਦ ਇਹ ਵੀ ਮਹਾਰਾਜ ਨੇ ਕੋਈ ਰਾਹ ਹੀ ਲੱਭਿਆ ਸਾਡੀ ਗਰੀਬੀ ਕੱਟਣ ਦਾ। ਹਾਂਜੀ। ਸੁਨਹੁ ਚਾਹ ਮੁਝ ਅਵਰ ਨਾ ਕੋਈ। ਤੇ ਸਿੱਖ ਪਰ ਐਸਾ ਨਹੀਂ ਸੀ। ਉਹ ਸਿੱਖ ਕਹਿੰਦਾ ਸ਼ਾਹੂਕਾਰਾ ਗੱਲ ਸੁਣ ਲੈ, ਮੈਨੂੰ ਵੱਧ ਮਾਇਆ ਨਹੀਂ ਚਾਹੀਦੀ। ਹਾਂਜੀ। ਜਾਂਚੇ ਜਿਤੇ ਦੀਜੀਏ ਸੋਈ। ਜਿੰਨੇ ਮੰਗੇ ਆ ਨਾ ਮੈਨੂੰ ਓਨੇ ਹੀ ਚਾਹੀਦੇ ਆ। ਹਾਂਜੀ। ਅਸ ਕਹੈ ਲੈ ਤਬ ਸਹਸ 28। ਇਹ ਕਹਿ ਕੇ ਪਿਆਰਿਓ ਨੇ 250 ਰੁਪਈਆ ਜਿਹੜਾ ਸ਼ਾਹੂਕਾਰ ਕੋਲੋਂ ਲੈ ਲਿਆ। ਹਾਂਜੀ। ਆਨ ਸਿੱਖ ਕੀ ਭੇਟ ਚੜਾਈ। ਆ ਕੇ 250 ਰੁਪਈਆ ਸਿੱਖ ਨੂੰ ਦਿੱਤਾ। ਹੁਣ ਮਹਾਰਾਜ ਨੇ ਤਾਂ 200 ਮੰਗੇ ਸੀ, ਇਹਨੇ 250 ਕਿਉਂ ਦਿੱਤਾ? ਹਾਂਜੀ। ਦੋਹਰਾ ਦੋ ਸਹਿ ਸਤਿਗੁਰ ਕੋ ਦਿਓ ਸਿੱਖ ਕੀ ਭੇਟ 50। 200 ਰੁਪਈਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਭੇਜਿਆ ਤੇ 50 ਰੁਪਏ ਸਿੱਖ ਨੂੰ ਰੱਖ ਕੇ ਮੱਥਾ ਟੇਕਿਆ ਵੀ ਤੂੰ ਵੀ ਗੁਰੂ ਸਾਹਿਬ ਦੇ ਕੋਲੋਂ ਆਇਆ, ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਆਇਆ, ਤੇਰੇ ਚਰਨਾਂ 'ਚ ਵੀ ਨਮਸਕਾਰ ਹੀ ਹੈ। ਹਾਂਜੀ। ਕਰ ਭੋਜਨ ਬਿਸਮੈ ਭਇਓ ਚੱਲਿਓ ਗੁਰੂ ਕੇ ਪਾਸ। ਪਰ ਉਹ ਮਨੁੱਖ ਬੜਾ ਹੈਰਾਨ ਹੋਇਆ। ਐਡਾ ਵੱਡਾ ਸਿੱਖ ਆਪਣੀ ਬੱਚੀ ਨੂੰ ਵੇਚ ਕੇ ਗੁਰੂ ਦਾ ਹੁਕਮ ਮੰਨ ਕੇ 200 ਰੁਪਈਆ ਗੁਰੂ ਦਾ ਤੇ 50 ਰੁਪਏ ਮੈਨੂੰ ਦਿੱਤੇ ਐ। ਇੰਨੀ ਗਰੀਬੀ ਹਾਲਤ ਵਿੱਚ ਵੀ ਸਿੱਖ ਧਾਨੀ ਹੈ। ਗੱਜ ਕੇ ਆਖੋ ਸਤਨਾਮ। ਇੰਨੀ ਵੱਡੀ ਸਿੱਖੀ ਹੈ।
ਤੇ ਇਹਦੇ ਨਾਲ ਮੈਂ ਇੱਕ ਰਲ ਦਾ ਪ੍ਰਮਾਣ ਦੇ ਦਿਆਂ, ਕੁਝ ਸਾਖੀਆਂ ਗ੍ਰੰਥਾਂ ਵਿੱਚੋਂ ਨਹੀਂ ਮਿਲਦੀਆਂ, ਸੀਨਾ ਬਸੀਨਾ ਚੱਲਦੀਆਂ, ਉਹਨਾਂ ਵਿੱਚ ਵੀ ਓਨੀ ਸੱਚਾਈ ਹੁੰਦੀ ਹੈ ਜਿੰਨੀਆਂ ਸਾਧ ਸੰਗਤ ਜੀ ਗ੍ਰੰਥਾਂ ਵਿੱਚ ਹੁੰਦੀ ਹੈ। 6ਵੇਂ ਪਾਤਸ਼ਾਹ ਲਾਹੌਰ ਵਿੱਚ ਜਾ ਰਹੇ ਆ, ਬਾਜ਼ਾਰ ਵਿੱਚ ਤੁਰੇ ਜਾ ਰਹੇ, ਤੇ 500 ਸਿੱਖ ਸਿਪਾਹੀ ਮਹਾਰਾਜ ਦੇ ਨਾਲ। ਲਾਹੌਰ 'ਚ ਇੱਕ ਸਿੱਖ ਰਹਿੰਦਾ, ਉਹ ਵੀ ਪਿੱਛੇ ਪਿੱਛੇ ਜਾ ਰਿਹਾ, ਤੇ ਮਹਾਰਾਜ ਬਾਜ਼ਾਰ 'ਚ ਤੁਰੇ ਜਾ ਰਹੇ, ਤੇ ਇੱਕ ਸਾਧ ਸੰਗਤ ਸ਼ਾਹੂਕਾਰ ਦੀ ਦੁਕਾਨ ਆਈ, ਬਾਣੀਏ ਦੀ। ਪਿੰਜਰੇ 'ਚ ਤੋਤਾ, ਮਹਾਰਾਜ ਨੂੰ ਲੰਘਦੇ ਵੇਖ ਕੇ ਤੋਤੇ ਨੇ ਮਹਾਰਾਜ ਦੇ ਦਰਸ਼ਨ ਕੀਤੇ, ਤੇ ਤੋਤਾ 6ਵੇਂ ਪਾਤਸ਼ਾਹ ਨੂੰ ਕਹਿੰਦਾ, ਆਓ ਜੀ, ਬੈਠੋ ਜੀ, ਜੀ ਆਇਆਂ ਨੂੰ। ਜਦੋਂ ਮਹਾਰਾਜ ਨੇ ਤੋਤੇ ਤੋਂ ਮੁਖੋਂ ਇਹ ਗੱਲ ਸੁਣੀ, ਗੁਰੂ ਹਰਗੋਬਿੰਦ ਸਾਹਿਬ ਤੋਤੇ ਤੇ ਬੜੇ ਖੁਸ਼ ਹੋਏ। ਜਦੋਂ ਮਹਾਰਾਜ ਉਸ ਤੋਤੇ ਤੇ ਖੁਸ਼ ਹੋਏ ਤੇ ਮਹਾਰਾਜ ਅੱਗੇ ਲੰਘ ਗਏ। ਭਾਈ ਹਰਪਾਲ ਨੇ ਸੋਚਿਆ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੋਤਾ ਚੰਗਾ ਲੱਗਾ, ਇਹ ਤੋਤਾ ਮੈਂ ਲੈ ਕੇ ਦਿਆਂਗਾ। ਸਾਧ ਸੰਗਤ ਜੀ, ਸ਼ਾਹੂਕਾਰ ਨੇ ਤੋਤੇ ਨੂੰ ਸਿਖਾਇਆ ਸੀ, ਕੋਲ ਰੱਖਿਆ ਸੀ, ਸ਼ਾਹੂਕਾਰ ਨੇ ਨਹੀਂ ਸੀ ਦੇਣਾ ਉਹ ਤੋਤਾ, ਬਾਣੀਏ ਨੇ। ਭਾਈ ਹਰਪਾਲ ਕਹਿਣ ਲੱਗਾ ਬਾਣੀਏ ਨੂੰ ਵੀ, ਸ਼ਾਹ ਮੈਨੂੰ ਇਹ ਤੋਤਾ ਦੇ ਦੇ, ਮੇਰੇ ਗੁਰੂ ਨੂੰ ਤੋਤਾ ਚੰਗਾ ਲੱਗਾ। ਉਹ ਕਹਿੰਦਾ, ਨਾ ਨਾ, ਜੇ ਇਹ ਤੋਤਾ ਚਾਹੀਦਾ ਨਾ, ਤੇ ਉਹਨੇ ਟਾਲਣ ਵਾਸਤੇ ਹੀ ਕਿਹਾ ਕਿ ਆਪਣੀ ਭੈਣ ਮੇਰੇ ਘਰ ਦੇ ਜਾ, ਜੇ ਤੈਨੂੰ ਤੋਤਾ ਚਾਹੀਦਾ। ਸਾਧ ਸੰਗਤ ਜੀ, ਭਾਈ ਹਰਪਾਲ ਨੇ ਕਿਹਾ, ਇੰਨੀ ਗੱਲ ਹੀ ਹੈ? ਆਪਣੀ ਭੈਣ ਨੂੰ ਜਾ ਕੇ ਕਹਿਣ ਲੱਗਾ, ਭੈਣੇ ਗੁਰੂ ਨੂੰ ਤੋਤਾ ਚੰਗਾ ਲੱਗਾ। ਤੇ ਤੋਤੇ ਦੀ ਕੀਮਤ ਸ਼ਾਹੂਕਾਰ ਨੇ ਆਖੀ ਹੈ, ਆਪਣੀ ਭੈਣ ਦੇ ਜਾ, ਤੇ ਜੀਵਨ ਤੇ ਕੱਟਣਾ ਹੀ ਹੈ, ਗੁਰੂ ਦੀ ਸੇਵਾ ਵਿੱਚ ਜੀਵਨ ਤੇਰਾ ਲੱਗ ਜਾਏਗਾ, ਚੱਲ ਤੁਰ। ਅਗਲੇ ਦਿਨ ਸਾਧ ਸੰਗਤ ਜੀ, ਸਿੱਖ ਜਦੋਂ ਭੈਣ ਨੂੰ ਲੈ ਕੇ ਗਿਆ, ਤੇ ਸ਼ਾਹੂਕਾਰ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਤੇ ਭੈਣ ਹੀ ਲੈ ਆਇਆ ਆਪਣੀ। ਉਹ ਕਹਿੰਦਾ, ਨਹੀਂ ਨਹੀਂ, ਇਹ ਤੇ ਕੱਲ ਦੀ ਕੀਮਤ ਸੀ, ਅੱਜ ਤੋਤੇ ਦੀ ਕੀਮਤ ਹੋਰ ਵੱਧ ਗਈ ਹੈ। ਉਹ ਕਹਿੰਦਾ, ਕਿੰਨੀ ਵੱਧ ਗਈ ਹੈ? ਕਹਿਣ ਲੱਗਾ, ਜਿੱਥੇ ਭੈਣ ਚਾਹੀਦੀ ਉੱਥੇ ਤੇਰੀ ਧੀ ਵੀ ਚਾਹੀਦੀ ਹੈ। ਕਹਿੰਦਾ, ਅੱਛਾ। ਕਹਿਣ ਲੱਗਾ, ਭੈਣ ਰੱਖੋ, ਧੀ ਲੈ ਕੇ ਆਉਣਾ। ਸਾਧ ਸੰਗਤ ਜੀ, ਸ਼ਾਹੂਕਾਰ ਨਾ ਉਹਦੀ ਭੈਣ ਘਰ ਲੈ ਗਿਆ। ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਇਹਦੇ ਕੋਲ ਭਾਂਡੇ ਮੰਜਵਾ, ਕੱਪੜੇ ਧਵਾ, ਅੱਜ ਤੋਂ ਬਾਅਦ ਇਹ ਸਾਡੀ ਹੈ। ਉਹ ਪੁੱਛਦੀ ਹੈ ਵੀ ਕੀ ਗੱਲ ਹੈ? ਕਹਿਣ ਲੱਗਾ, ਇਸ ਤਰ੍ਹਾਂ ਗੁਰੂ ਨੂੰ ਤੋਤਾ ਚੰਗਾ ਲੱਗਾ, ਸਿੱਖ ਨੇ ਤੋਤਾ ਖਰੀਦਣਾ ਚਾਹਿਆ, ਮੈਂ ਤਾਂ ਐਵੇਂ ਹੀ ਆਖਿਆ, ਉਹ ਸੱਚੀ ਮੁੱਚੀ ਭੈਣ ਦੇ ਗਿਆ, ਤੇ ਹੁਣ ਧੀ ਵੀ ਲੈਣ ਗਿਆ। ਉਹਨੇ ਲਾਹਨਤਾਂ ਪਾਈਆਂ। ਉਹਨੇ ਚਿਰ ਨੂੰ ਉਹ ਘਰ ਗਿਆ, ਤੇ ਬੱਚੀ ਸੀ, ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਵੀ ਕੀਮਤ ਵੱਧ ਗਈ ਹੈ ਤੋਤੇ ਦੀ। ਉਹ ਧੀ ਦੀ ਵੀ ਗੱਲ ਕਰਦਾ। ਉਹ ਕਹਿੰਦੀ, ਅੱਛਾ, ਧੀ ਦੀ ਗੱਲ ਕਰਦਾ? ਕੋਈ ਨਹੀਂ ਭੂਆ ਭਤੀਜੀਆਂ ਇਕੱਠੀਆਂ ਰਹਿਣਗੀਆਂ, ਧੀ ਵੀ ਦੇ ਆਓ, ਗੁਰੂ ਦੀ ਖੁਸ਼ੀ ਲੈ ਲਓ, ਗੱਜ ਕੇ ਆਖੋ ਸਤਿਨਾਮ ਸ੍ਰੀ। ਕਿੰਨੀ ਵੱਡੀ ਖੁਸ਼ੀ ਲੈਣ ਦਾ ਮਨ ਹੈਗਾ ਜੀ, ਗੁਰੂ ਦੀ ਖੁਸ਼ੀ ਲੈ ਲਓ। ਸਾਧ ਸੰਗਤ, ਉਹ ਜਦੋਂ ਲੈ ਕੇ ਗਿਆ ਨਾ ਧੀ ਨੂੰ, ਤੇ ਧੀ ਵੀ ਛੱਡ ਆਇਆ। ਸ਼ਾਹੂਕਾਰ ਧੀ ਵੀ ਦੇ ਆਪਣੇ ਘਰ ਛੱਡ ਆਇਆ ਉਹਦੀ, ਤੇ ਤੋਤਾ ਸਿੱਖ ਨੂੰ ਦੇਤਾ। ਜਦੋਂ ਉਹਨੂੰ ਧੀ ਪਹੁੰਚੀ, ਤੇ ਘਰ ਵਾਲੀ ਨੇ ਸ਼ਾਹੂਕਾਰ ਨੂੰ ਲਾਹਨਤਾਂ ਪਾਈਆਂ ਵੀ ਤੂੰ ਬੜਾ ਪਾਪ ਕਰ ਰਿਹਾ, ਤੈਨੂੰ ਇਹ ਨਹੀਂ ਸੀ ਚਾਹੀਦਾ। ਉਹਨੇ ਚਿਰ ਨੂੰ ਸਿੱਖ ਆਪਣੀ ਘਰ ਵਾਲੀ ਦੇ ਨਾਲ ਉਹ ਤੋਤਾ ਲੈ ਕੇ ਮਹਾਰਾਜ ਦੇ ਕੋਲ ਪਹੁੰਚਿਆ, ਤੇ ਤੋਤਾ ਫਿਰ ਸੰਗਤ 'ਚ ਜਾਇਆ ਕਹਿੰਦਾ, ਆਓ ਜੀ, ਬੈਠੋ ਜੀ, ਜੀ ਆਇਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਦੀ ਵੇਖਣ ਤੋਤੇ ਵੱਲ, ਤੇ ਕਦੀ ਵੇਖਣ ਸਿੱਖ ਵੱਲ। ਸਤਿਗੁਰੂ ਕਹਿਣ ਲੱਗੇ, ਸਿੱਖਾ ਬੜਾ ਮਹਿੰਗਾ ਤੋਤਾ ਲੈ ਕੇ ਆਇਆ ਹੈ। ਇਹ ਗੱਲ ਕਹੀ, ਸਿੱਖ ਦੇ ਨੇਤਰਾਂ 'ਚ ਜਲ ਆ ਗਿਆ। ਇੰਨੇ ਚਿਰ ਨੂੰ ਸ਼ਾਹੂਕਾਰ ਦੀ ਪਤਨੀ ਸ਼ਾਹੂਕਾਰ ਨੂੰ ਮਨਾ ਕੇ ਉਸ ਸਿੱਖ ਦੀ ਧੀ ਤੇ ਭੈਣ ਨੂੰ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪਹੁੰਚ ਗਏ। ਪਤਨੀ ਨੇ ਸ਼ਾਹੂਕਾਰ ਨੂੰ ਕਿਹਾ, ਸ਼ਾਹੂਕਾਰਾ, ਉਹ ਗੁਰੂ ਕਿੰਨਾ ਵੱਡਾ ਹੋਊ
ਜਿਸ ਗੁਰੂ ਦੀ ਇੱਕ ਖੁਸ਼ੀ ਵਾਸਤੇ ਸਿੱਖ ਨੇ ਆਪਣੀ ਭੈਣ ਤੇ ਧੀ ਦੀ ਪਰਵਾਹ ਨਹੀਂ ਕੀਤੀ, ਚੱਲ ਤੂੰ ਵੀ ਉਸੇ ਗੁਰੂ ਦੇ ਚਰਨਾਂ 'ਚ। ਸ਼ਾਹੂਕਾਰ, ਉਹਦੀ ਭੈਣ, ਧੀ ਤੇ ਆਪਣੀ ਘਰਵਾਲੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਇਆ। ਸਤਿਗੁਰਾਂ ਨੇ ਤੋਤਾ ਰੱਖ ਲਿਆ, ਧੀ ਤੇ ਭੈਣ ਸਿੱਖ ਨੂੰ ਵਾਪਸ ਕਰ ਦਿੱਤੀ। ਗੱਜ ਕੇ ਆਖੋ ਸਤਨਾਮ। ਇਹ ਗੱਲ ਸੁਣਾਉਣ ਦਾ ਮੇਰਾ ਭਾਵ ਇਹ ਸੀਗਾ ਸੰਗਤ ਜੀ, ਸਿੱਖ ਆਪਣੇ ਗੁਰੂ ਦੀ ਖੁਸ਼ੀ ਵਾਸਤੇ ਕੁਝ ਵੀ ਕਰ ਜਾਂਦੇ ਹਨ, ਕੁਝ ਵੀ ਕਰ ਜਾਂਦੇ ਹਨ। ਧੰਨ ਨੇ ਐਸੇ ਪੁਰਾਤਨ ਸਿੱਖ ਜਿਨ੍ਹਾਂ ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਜੀ। ਹਾਂਜੀ ਹੁਣ ਉਹ ਅੱਗੇ ਵਧਿਆ। ਸਾਧ ਸੰਗਤ ਜੀ, ਰਸਤੇ ਵਿੱਚ ਉਹਨੂੰ ਤੁਰਦਿਆਂ ਤੁਰਦਿਆਂ ਜਦੋਂ ਦੁਪਹਿਰ ਹੋਈ ਹੈ, ਉਹਨੇ ਵੇਖਿਆ ਰਸਤੇ ਵਿੱਚ ਇੱਕ ਸਾਧੂ ਬੈਠਾ ਹੈ। ਥੱਕ ਕੇ ਸਾਧ ਸੰਗਤ ਜੀ ਉਹ ਜਦੋਂ ਨੂੰ ਪਹੁੰਚਿਆ ਸਾਧੂ ਦੇ ਕੋਲ, ਉਹ ਸਾਧੂ ਦੇ ਕੋਲ ਬੈਠ ਗਿਆ। ਉਹਨੇ ਕੀ ਵੇਖਿਆ, ਸਾਧੂ ਕੋਲ ਵੀ ਇੱਕ ਸ਼ਾਹੂਕਾਰ ਆਇਆ ਬੜਾ ਵੱਡਾ। ਹਾਂਜੀ, ਸ਼ਾਹੂਕਾਰ ਨੇ ਵੇਖਿਆ ਇਹ ਸੰਤ ਹੈ। ਹਾਂਜੀ, ਉਹਨੇ ਵੇਖਿਆ ਵੀ ਸ਼ਾਹੂਕਾਰ ਨੇ ਉਸ ਸੰਤ ਨੂੰ, ਸਾਧੂ ਨੂੰ ਬੜਾ ਵੱਡਾ ਕੀਮਤੀ ਦੁਸ਼ਾਲਾ ਭੇਟਾ ਕੀਤਾ। ਹਾਂਜੀ, ਮਠਿਆਈਆਂ ਵੀ ਉਹਦੇ ਅੱਗੇ ਰੱਖੀਆਂ। ਹਾਂਜੀ, ਫਿਰ ਮੱਥਾ ਟੇਕ ਕੇ ਨਮਸਕਾਰ ਕਰਕੇ ਚਲੇ ਗਿਆ। ਸ਼ਾਹੂਕਾਰ ਸੰਤ ਨੂੰ ਭੇਟਾ ਦੇ ਕੇ ਗਿਆ ਤੇ ਉਸ ਮਨੁੱਖ ਨੇ ਵੇਖਿਆ ਵੀ ਉਸੇ ਸੰਤ ਕੋਲ ਇੱਕ ਹੋਰ ਬੜਾ ਮਨੁੱਖ ਆਇਆ ਜੀ, ਇੱਕ ਰਾਹਗੀਰ। ਹਾਂਜੀ, ਉਸ ਰਾਹਗੀਰ ਨੇ ਸਾਧੂ ਦੇ ਅੱਗੋਂ ਕੀਮਤੀ ਦੁਸ਼ਾਲਾ ਜਿਹੜਾ ਉਹ ਚੁਕਾ ਦਿੱਤਾ ਤੇ ਦੁਸ਼ਾਲੇ ਦੇ ਨਾਲ ਆਪ ਤੁਰ ਪਿਆ ਜੀ, ਉਹ ਚੁਕਾ ਕੇ ਆਪਣੇ ਨੌਕਰ ਕੋਲੋਂ। ਹਾਂਜੀ, ਉਹ ਮਨੁੱਖ ਵੇਖਦਾ ਵੀ ਸੰਤ ਨਹੀਂ ਕੁਝ ਮੁੱਖੋਂ ਬੋਲੇ ਜੀ, ਉਹਨਾਂ ਦੋਵਾਂ ਨੂੰ ਬਰਾਬਰ ਜਾਣਿਆ ਜੀ। ਹਾਂਜੀ, ਦੇਣ ਵਾਲੇ ਨੂੰ ਭਲਾ ਨਹੀਂ ਆਖਿਆ ਤੇ ਜਿਹੜਾ ਚੁਕਾ ਕੇ ਲੈ ਗਿਆ ਉਹਨੂੰ ਬੁਰਾ ਨਹੀਂ ਕੁਝ ਆਖਿਆ। ਸੰਤ ਨਾਮ ਹੀ ਜਪਦੇ ਰਹੇ ਜੀ, ਜਿਹਨੂੰ ਆਪਾਂ ਕਹਿੰਦੇ ਕੋਈ ਲੱਥੀ ਚੜੀ ਨਹੀਂ ਹੈਗੀ ਜੀ। ਸੰਤਾਂ ਤੇ ਕਿਸੇ ਗੱਲ ਦਾ ਅਸਰ ਨਹੀਂ ਪਿਆ ਜੀ। ਹਾਂਜੀ, ਆਏ ਦੀ ਖੁਸ਼ੀ ਨਹੀਂ ਕੀਤੀ ਸੰਤਾਂ ਨੇ ਵੀ ਦੁਸ਼ਾਲਾ ਕੋਈ ਦੇ ਕੇ ਗਿਆ। ਸਾਨੂੰ ਕੋਈ ਵਧੀਆ ਭੇਟਾ ਦੇਵੇ, ਅਸੀਂ ਖੁਸ਼ ਹੁੰਦੇ ਹਾਂ। ਹਾਂਜੀ, ਕੋਈ ਗਿਫਟ ਦੇਵੇ ਸਾਨੂੰ ਚਾਅ ਚੜ੍ਹਦਾ, ਤੇ ਜੇ ਕੋਈ ਚੀਜ਼ ਚਲੇ ਜੇ ਤੇ ਸਾਨੂੰ ਦੁੱਖ ਵੀ ਹੁੰਦਾ। ਸੰਤ ਨੇ ਕਿਸੇ ਗੱਲ ਦਾ ਵੀ ਬੁਰਾ ਨਹੀਂ ਬਣਾਇਆ ਜੀ। ਆਏ ਦੀ ਖੁਸ਼ੀ ਨਹੀਂ, ਜਾਣ ਦਾ ਬੁਰਾ ਨਹੀਂ। ਹਾਂਜੀ, ਉਹ ਬੰਦਾ ਬੈਠਾ ਵੇਖਦਾ ਤਮਾਸ਼ਾ ਵੇਖਦਾ ਸੀ। ਹਾਂਜੀ, ਪਰ ਫਿਰ ਉਹ ਇਹ ਤਮਾਸ਼ਾ ਵੇਖ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਚਲੇ ਗਿਆ। ਹਾਂਜੀ, ਮਹਾਰਾਜ ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।